ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਘਰਸ਼ ਦੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਪਿੰਡ ਹੈ ਜਿਸ ਦਾ ਨਾਮ ਹੈ ਬਹਿਲਾ। ਬਹਿਲੇ ਤੋਂ ਭਾਈ ਸੁਰਜੀਤ ਸਿੰਘ ਬਹਿਲਾ ਹੋਏ ਜਿਨ੍ਹਾਂ ਨੇ 36 ਘੰਟੇ ਤੋਂ ਵਧੇਰੇ ਭਾਰਤੀ ਫੋਰਸਾਂ ਦੇ ਨਾਲ ਡਟਵਾਂ ਮੁਕਾਬਲਾ ਕੀਤਾ ਤੇ ਆਪਣੇ ਦੋ ਹੋਰ ਸਾਥੀਆਂ ਦੇ ਸਮੇਤ ਸ਼ਹੀਦੀ ਪਾਈ। ਇਸ ਪਿੰਡ ਤੋਂ ਜਿਹੜੇ ਉਸ ਸਮੇਂ ਦੇ ਸਰਪੰਚ ਸਨ ਸਰਦਾਰ ਪਿਆਰਾ ਸਿੰਘ, ਉਹਨਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੇ ਪੁਲਿਸ ਦੇ ਕੋਲ ਪੇਸ਼ ਕਰਵਾਇਆ ਕਿਉਂਕਿ ਸਰਦਾਰ ਪਿਆਰਾ ਸਿੰਘ ਜੁਝਾਰੂ ਸੰਘਰਸ਼ ਦੇ ਸਮਰਥਕ ਸਨ। ਕਿਸੇ ਸਮੇਂ ਉਹਨਾਂ ਨੇ ਸੰਤ ਜਰਨੈਲ ਸਿੰਘ ਹੁਣਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਪੰਜ ਪਿਆਰਿਆਂ ਦੇ ਕੋਲੋਂ ਛਕੀ ਸੀ ਅਤੇ ਉਹਨਾਂ ਦਾ ਸੰਗ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਣੋਚਾਲ ਦੇ ਨਾਲ ਰਿਹਾ। ਇਹ ਜਿਹੜੀ ਗੱਲਬਾਤ ਤੁਸੀਂ ਸੁਣ ਲੱਗੇ ਹੋ, ਇਹਦੇ ਵਿੱਚ ਸਰਪੰਚ ਪਿਆਰਾ ਸਿੰਘ ਦੇ ਸਪੁੱਤਰ ਸਰਦਾਰ ਭਗਵਾਨ ਸਿੰਘ, ਸ਼ਹੀਦ ਭਾਈ ਸੁਰਜੀਤ ਸਿੰਘ ਬਹਿਲਾ ਦੇ ਪਿਤਾ ਜੀ ਬਾਪੂ ਤਰਲੋਕ ਸਿੰਘ ਬਹਿਲਾ ਅਤੇ ਬਾਬਾ ਗੁਰਬਚਨ ਸਿੰਘ ਮਾਣੋਚਾਲ ਦੇ ਨਾਲ ਪੀਏ ਵਜੋਂ ਵਿਚਰਦੇ ਰਹੇ ਸਰਦਾਰ ਅਮਰਜੀਤ ਸਿੰਘ ਵਣਚੜੀ ਦੀ ਗੱਲਬਾਤ ਹਾਜ਼ਰ ਆ। ਸੋ ਜੋ ਕੁਛ ਸਰਦਾਰ ਪਿਆਰਾ ਸਿੰਘ ਸਰਪੰਚ ਦੇ ਨਾਲ ਬੀਤਿਆ, ਉਸ ਵੇਲੇ ਦਾ ਜਿਹੜਾ ਪੁਲਿਸ ਦਾ ਇੱਕ ਰੂਪ ਆ, ਜਿਹੜਾ ਇੱਕ ਕਰੂਪ ਚਿਹਰਾ, ਅਸੀਂ ਤੁਹਾਨੂੰ ਉਸ ਦੇ ਦੀਦਾਰ ਕਰਵਾਉਣ ਜਾ ਰਹੇ ਹਾਂ। ਸਰਦਾਰ ਪਿਆਰਾ ਸਿੰਘ ਜੀ ਜੋ ਕਿ ਸਨ 1993 ਦੇ ਵਿੱਚ ਜ਼ਾਲਮ ਸਰਕਾਰ ਨੇ ਨਜਾਇਜ਼ ਇੱਕ ਮੁਕਾਬਲਾ ਬਣਾ ਕੇ ਉਹਨਾਂ ਨੂੰ, ਯਾਨੀ ਕਿ ਅਜੇ ਤੱਕ ਸਾਨੂੰ ਨਹੀਂ ਦੱਸਿਆ, ਵੈਸੇ ਸਾਨੂੰ ਪਤਾ ਲੱਗਾ ਵੀ ਉਹਨਾਂ ਨੂੰ ਮਾਰ ਦਿੱਤਾ ਵਾ, ਕਿਉਂਕਿ ਉਹ ਪਿੰਡ ਦੇ ਮੁਖੀ ਸਨ। ਪਿੰਡ ਦੇ ਵਿਕਾਸ ਵਾਸਤੇ ਵੀ ਉਹਨਾਂ ਨੇ ਚੰਗੇ ਕੰਮ ਕੀਤੇ, ਸਾਰਾ ਕੁਝ ਸਹੀ। ਸਿਰਫ ਇੱਕ ਸਰਕਾਰ ਨੇ ਇੱਕ ਮੁੱਦਾ ਬਣਾਇਆ, ਜਿਵੇਂ ਕਿ ਉਦੋਂ ਇੱਕ ਸੰਘਰਸ਼ ਚੱਲਦਾ ਸੀਗਾ। ਸੰਘਰਸ਼ ਦੇ ਦੌਰਾਨ ਤੁਹਾਨੂੰ ਪਤਾ ਵੀ ਆ ਵੀ ਉਸ ਸਮੇਂ ਦੇ ਵਿੱਚ ਹਰ ਇੱਕ ਦੇ ਘਰਾਂ ਦੇ ਵਿੱਚ, ਚਲੋ ਸਿੰਘਾਂ ਦਾ ਜਿਹੜਾ ਸਮਾਂ ਸੀ ਉਹ ਆਉਣ ਜਾਣੀ ਜਿਹੜੀ ਸੀ ਬਣੀ ਸੀ, ਕਿਸੇ ਨੂੰ ਰੋਟੀ ਖਵਾ ਦੇਣੀ ਜਾਂ ਕੋਈ ਕਰਨਾ, ਕੋਈ ਜ਼ੁਲਮ ਨਹੀਂ ਗਾ ਐਡਾ ਵੱਡਾ। ਉਹਨਾਂ ਨੂੰ ਇਸੇ ਚੀਜ਼ ਦੇ ਵਿੱਚ ਘਰੋਂ ਉਹਨਾਂ ਨੇ ਕਿਹਾ ਕਿ ਸਾਨੂੰ ਪੇਸ਼ ਕਰਾਓ ਕਿਉਂਕਿ ਅਸੀਂ ਪੁੱਛਗਿੱਛ ਕਰ ਰਹੇ ਹਾਂ। ਜਦੋਂ ਘਰੋਂ ਉਹਨਾਂ ਨੂੰ ਲੈ ਕੇ ਗਏ ਆ ਪੁੱਛਗਿੱਛ ਵਾਸਤੇ, ਉਦੋਂ ਸਤਨਾਮ ਸਿੰਘ ਜੀ ਮਨਾਵਾ, ਜਸਦੇਵ ਸਿੰਘ ਜੀ ਜੋ ਸਾਡਾ ਜੀਜਾ ਲੱਗਦਾ ਮਨਾਵੇਂ ਪਿੰਡ ਤੋਂ, ਇਹਨਾਂ ਨੇ ਉਹਨਾਂ ਨੂੰ ਪੇਸ਼ ਕਰਾਇਆ ਸੀ। ਸੁਖਚੈਨ ਸਿੰਘ CI ਸਟਾਫ ਦੇ ਵਿੱਚ ਸੀਗਾ, ASI, ਉਹਦੇ ਨਾਲ ਕੋਈ ਰਿਸ਼ਤੇਦਾਰੀ ਦੇ ਵਿੱਚ ਥੋੜ੍ਹੇ ਜਿਹੇ ਸੰਪਰਕ ਸੀਗੇ ਉਹਨਾਂ ਦੇ, ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਪੇਸ਼ ਕਰਵਾ ਦਿਓ, ਕੋਈ ਵੀ ਇਹਨੂੰ ਤਤੀਵਾਰ ਨਹੀਂ ਲੱਗਣ ਦਿੰਦੇ, ਅਸੀਂ ਸਰਪੰਚ ਨੂੰ ਪੁੱਛਗਿੱਛ ਕਰਕੇ ਤੇ ਛੱਡ ਦੇਵਾਂਗੇ। ਇਸ ਕਰਕੇ ਇਹਨਾਂ ਨੇ ਉਹਨਾਂ ਨੂੰ ਪੇਸ਼ ਕਰਾ ਦਿੱਤਾ ਅਤੇ ਮੁੜ ਕੇ 10 12 15 ਦਿਨ ਤੱਕ ਉਹਨਾਂ ਨੂੰ ਕੋਈ ਮਿਲਦੇ ਰਹੇ। ਬਾਅਦ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ, ਜਦੋਂ ਇਹਨਾਂ ਨੇ ਪੁੱਛਗਿੱਛ ਕੀਤੀ, ਇਹਨਾਂ ਨੂੰ ਥੋੜ੍ਹਾ ਜਿਹਾ ਪਤਾ ਲੱਗਾ, ਕਾਫੀ ਸਰਪੰਚ 3-4 ਨਾਲ ਹੋਰ ਵੀ ਫੜੇ ਸੀਗੇ। ਉਹਨਾਂ ਨੇ ਇੱਕ ਨੇ ਕਿਹਾ ਵਿੱਚੋਂ ਵੀ ਜਦੋਂ ਇਹ ਗਏ ਮਿਲਣ ਵੀ ਉਹਨਾਂ ਨੂੰ ਤਾਂ ਵੀਰਵਾਰ ਸਰਪੰਚ ਨੂੰ ਪਿਛਲੇ ਵੀਰਵਾਰ ਛੱਡ ਦਿੱਤਾ ਸੀ ਅਤੇ ਪਿੰਡ ਨਹੀਂ ਪਹੁੰਚਿਆ। ਉਹਨੇ ਅਸੀਂ ਆਖਿਆ ਵੀ ਇਹਨਾਂ ਨੇ ਪੁੱਛਿਆ ਤੇ ਅਸੀਂ ਆਖਿਆ ਵੀ ਨਹੀਂ, ਪਿੰਡ ਆਇਆ ਹੁੰਦਾ ਤਾਂ ਪਤਾ ਹੋਣਾ ਸੀਗਾ ਵੀ ਪਿੰਡ ਆ ਗਿਆ ਵਾ। ਫਿਰ ਉਹਨੇ ਆਖਿਆ ਵੀ ਤੁਸੀਂ ਕੋਈ ਪੁੱਛਗਿੱਛ ਕਰੋ ਉਹਨਾਂ ਦੀ। ਅਤੇ ਜਦੋਂ ਉਹਨਾਂ ਨੂੰ ਜਾ ਕੇ ਫਿਰ ਪੁੱਛਿਆ ਗਿਆ ਸੁਖਚੈਨ ਸਿੰਘ ਨੂੰ, ਉਹ ਕਹਿੰਦੇ ਕਿ ਮੇਰੇ ਵੱਸ ਦੀ ਗੱਲ ਨਹੀਂ ਗੀ, ਮੇਰੇ ਕੋਲ ਉੱਪਰ ਵਾਲੇ ਕਰਮਚਾਰੀ ਲੱਗ ਗਏ ਸੀ, ਜੋ ਕਿ ਉਸ ਸਮੇਂ ਦੇ ਖੂਬੀ ਰਾਮ, SSP ਸਾਹਿਬ, ਡਿਪਟੀ ਗੁਰਮੀਤ ਸਿੰਘ ਅਤੇ ਐਕਸਚੈਂਜ ਸਿੰਘ ਜੋ CI ਸਟਾਫ ਦੇ ਵਿੱਚ ਸੀਗੇ। ਇਹਨਾਂ ਨੇ ਦੱਸਿਆ ਕਿ ਸਾਡੇ ਕੋਲ ਉੱਪਰਲੇ ਜਿਹੜੇ ਅਧਿਕਾਰੀ ਆ ਉਹ ਲੈ ਗਏ ਨੇ, ਸਾਨੂੰ ਉਹਨਾਂ ਬਾਰੇ ਨਹੀਂ ਪਤਾ ਵੀ ਉਹ ਕਿੱਥੇ ਆ ਕੀ ਨਹੀਂ ਗਾ। ਉਸ ਤੋਂ ਬਾਅਦ ਫਿਰ ਆਸਤੇ ਆਸਤੇ ਸਾਨੂੰ ਪਤਾ ਲੱਗਾ ਕਿ ਕਰਮਚਾਰੀ ਪੁਲਿਸ ਵਾਲੇ ਨੇ ਦੱਸਿਆ ਕਿ ਵੀ ਤੁਸੀਂ ਇੱਧਰ ਉੱਧਰ ਭੱਜ ਨੱਸ ਨਾ ਕਰੋ, ਕਿਉਂਕਿ ਉਹਨਾਂ ਦਾ ਸਾਨੂੰ ਲੱਗਦਾ ਕਿ ਵੀ ਜਿਵੇਂ ਮੁਕਾਬਲਾ ਬਣਾ ਦਿੱਤਾ ਹੋਣਾ ਵਾ, ਕਿਉਂਕਿ ਉਹ ਇੱਥੇ ਨਹੀਂ ਗਏ ਹੈਗੇ। ਇਹ ਜਿਹੜਾ ਇਸ ਹਿਸਾਬ ਦੇ ਨਾਲ ਉਹਨਾਂ ਦਾ ਜਿਹੜਾ ਵਾ ਵੀ ਉਹ ਸਾਨੂੰ ਜਿਹੜਾ ਵੀ ਉਹ ਪਤਾ ਲੱਗਾ। ਫਿਰ ਵੀ ਉਹਨਾਂ ਨੇ ਸਾਨੂੰ ਕਿਸੇ ਕਿਸਮ ਦੀ ਕੋਈ ਨਿਸ਼ਾਨੀ ਨਹੀਂ ਦਿੱਤੀ। ਪਹਿਲਾਂ ਕਹਿੰਦੇ ਸੀ ਵੀ ਅਖੰਡ ਪਾਠ ਸਾਹਿਬ ਕਰਵਾ ਲਓ ਘਰੇ, ਅਤੇ ਜਿਸ ਦਿਨ ਅਖੰਡ ਪਾਠ ਸਾਹਿਬ ਆਰੰਭ ਕਰਾਉਣਾ ਸੀ ਉਸ ਦਿਨ 2 ਮੁਲਾਜ਼ਮ ਆ ਗਏ, ਕਹਿੰਦੇ ਕਿ ਅਖੰਡ ਪਾਠ ਸਾਹਿਬ ਨਹੀਂ ਅਸੀਂ ਆਰੰਭ ਕਰਨ ਦੇਣਾ। ਫਿਰ ਉਹੋ ਹੀ ਰਸਤੇ ਜਿਹੜੀ ਇੱਥੋਂ ਚੁੱਕ ਕੇ ਅਤੇ ਮਨਾਵੇਂ ਭਾਈ ਲਖੀਆ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਉੱਥੇ ਜਾ ਕੇ ਇਹਨਾਂ ਦਾ ਅਖੰਡ ਪਾਠ ਕਰਵਾਇਆ। ਅਤੇ ਉਸ ਤੋਂ ਬਾਅਦ ਅਜੇ ਤੱਕ ਕਾਫੀ ਮਤਲਬ ਵੀ ਕਈ ਵਾਰ ਚੈਨਲਾਂ ਦੇ ਉੱਤੇ ਵੀ ਬੋਲਿਆ ਗਿਆ ਵਾ, ਹੋਰ ਵੀ ਆ, ਇੱਕ ਮਨੁੱਖੀ ਅਧਿਕਾਰ ਵਾਲਿਆਂ ਨੂੰ ਵੀ ਚਿੱਠੀਆਂ ਕੱਢੀਆਂ, ਦਿੱਲੀ ਵੀ ਚਿੱਠੀ ਕੱਢੀ, ਸਾਰੇ ਜਾਣੀ ਕਿ ਉੱਪਰ ਜਿੱਥੋਂ ਤੱਕ ਕੋਸ਼ਿਸ਼ ਹੋਈ ਜਿੰਨੀ ਕੁ ਜੋਗੇ ਹਾਂ ਮਾੜਾ ਮੋਟਾ ਕੀਤਾ, ਪਰ ਕਿਸੇ ਨੇ ਕੋਈ ਸੁਣਾਈ ਨਹੀਂ ਹੋਈ। ਤੁਹਾਡੇ ਘਰ ਪ੍ਰਸ਼ਾਦਾ ਛਕਣ ਲਈ ਕੌਣ ਆਇਆ ਕਰਦੇ ਸੀ? ਸਾਡੇ ਘਰ ਜਦੋਂ ਉਹ ਸਮਾਂ ਸੀ ਨਾ, ਉਦੋਂ ਇਹ ਇਲਾਕੇ ਦੇ ਵਿੱਚ ਸਰਜੀਤ ਸਿੰਘ ਜੀ ਬਹਿਲਾ, ਗੁਰਬਚਨ ਸਿੰਘ ਜੀ ਮਾਣੋਚਾਲ ਦਾ ਏਰੀਆ ਸੀਗਾ। ਇਹਨਾਂ ਦੀ ਪਾਰਟੀ ਜਿਹੜੀ ਸੀ ਉਹ ਸਾਡੇ ਪਿੰਡ ਦੇ ਸਰਜੀਤ ਸਿੰਘ ਹੋਣ ਦੇ ਨਾਤੇ ਦੇ ਉੱਤੇ ਕਿ ਉਹ ਪਿੰਡ ਦੇ ਵਿੱਚ ਆਉਂਦੇ ਸੀ। ਇੱਕ ਥੋੜ੍ਹੀ ਜਿਹੀ ਸਾਡੇ ਨਾਨਕਿਆਂ ਤੋਂ ਇਹ ਆ ਕੇ ਸਰਜੀਤ ਸਿੰਘ ਬਹਿਲਾ ਜਿਹੜੇ ਬੈਠੇ ਸੀਗੇ, ਉਹ ਕਰਕੇ ਥੋੜ੍ਹਾ ਜਿਹਾ ਭਾਈਚਾਰਾ ਵੀ ਸੀ ਇਹਨਾਂ ਦੇ ਨਾਲ।
ਇਸ ਕਰਕੇ ਕਦੀ ਕਿਤਾਈ ਚਲੋ ਆ ਜਾਂਦੇ ਹੋਣਗੇ, ਪ੍ਰਸ਼ਾਦਾ ਛਕਦੇ ਹੋਣਗੇ, ਕਿਉਂ ਅਸੀਂ ਨਿੱਕੇ ਸੀਗੇ ਉਸ ਟਾਈਮ ਦੇ ਉੱਤੇ। ਤੇ ਚਲੋ ਸਮੇਂ ਦੇ ਨਾਲ ਹਰ ਇੱਕ ਵੀ ਮਤਲਬ ਉਦੋਂ ਵੱਡੇ ਵੱਡੇ ਅਫਸਰਾਂ ਨੇ ਵੀ ਸਿਖਾਏ ਆ, ਵੱਡੇ ਵੱਡੇ ਅਫਸਰਾਂ ਦੇ ਕੋਲੋਂ ਸਮਾਨ ਕਈ ਕੁਛ ਨਿਕਲਿਆ, ਪਰ ਜੋ ਸਰਕਾਰ ਦੇ ਬੰਦੇ ਹੁੰਦੇ ਉਹਨਾਂ ਨੂੰ ਕੁਛ ਨਹੀਂ ਕਿਹਾ ਜਾਂਦਾ, ਜੋ ਨਾਰਮਲ ਬੰਦੇ ਹੁੰਦੇ ਉਹਨਾਂ ਤੇ ਸਾਰਾ ਕੁਛ ਜੋ ਆ ਸਰਕਾਰਾਂ ਕਰ ਦਿੰਦੀਆਂ। ਤੁਹਾਡੇ ਪਿਤਾ ਜੀ ਉਸ ਸਮੇਂ ਕਿਸ ਅਹੁਦੇ ਤੇ ਸਨ? ਉਸ ਸਮੇਂ ਸੇ ਉਹ ਸਰਪੰਚ ਸੀਗੇ ਮੌਕੇ ਦੇ, ਸਨ 1992 ਦੇ ਵਿੱਚ ਮੌਕੇ ਦੇ ਸਰਪੰਚ ਸੀਗੇ। ਤੇ ਜਦੋਂ ਇਹਨਾਂ ਨੂੰ 93 ਦੇ ਵਿੱਚ ਸ਼ਹੀਦ ਕੀਤਾ ਗਿਆ, ਜਦੋਂ ਮੁਕਾਬਲਾ ਹੋਇਆ 92 ਦੇ ਵਿੱਚ, ਉਦੋਂ ਸਰਪੰਚ ਸੀਗੇ ਮੌਕੇ ਦੇ। ਤੇ ਜਦੋਂ ਮੁੜ ਕੇ 93 ਦੇ ਵਿੱਚ ਇਹਨਾਂ ਨੂੰ ਫੜ ਕੇ ਇਹ ਮਤਲਬ ਕਿਹਾ ਪੇਸ਼ ਕਰਾ ਦਿਓ ਅਸੀਂ ਲਿਜਾਣਾ, ਤੇ ਉਸ ਤੋਂ ਉਦੋਂ ਥੋੜ੍ਹਾ ਚਿਰ ਹੋਇਆ ਸੀ ਉਹਨਾਂ ਨੂੰ, ਜਾਣੀ ਕਿ ਸਰਪੰਚੀ ਕਿ ਹੋਰ ਨੂੰ ਪਿੰਡ ਦੇ ਵਿੱਚ ਦਿੱਤੀ ਗਈ ਸੀ। ਥਾਣਿਆਂ ਦੇ ਵਿੱਚ ਜਾਂਦੇ ਸੀਗੇ, ਬੰਦੇ ਛਡਾ ਕੇ ਲਿਆਉਂਦੇ ਸੀ, ਸਾਰਾ ਕੁਛ ਸੀ। ਇੰਨੇ ਸਮੇਂ ਤੋਂ ਉਹਨਾਂ ਨੇ 8-9 ਸਾਲ ਸਰਪੰਚੀ ਕੀਤੀ ਹੈ। ਹਰ ਇੱਕ ਅਫਸਰ ਦੇ ਨਾਲ ਉਹਨਾਂ ਦਾ ਬਹਿਣਾ ਖਲੋਣਾ ਸੀ। ਉਦੋਂ ਵੀ ਅਫਸਰਾਂ ਨੂੰ ਪਤਾ ਸੀ ਵੀ ਇਹ ਕਿੱਦਾਂ ਦਾ ਬੰਦਾ ਜਾਂ ਕੀ ਹੈ ਕੀ ਨਹੀਂ। ਸਿਰਫ ਇਹ ਆ ਵੀ ਉਸ ਟਾਈਮ ਦੇ ਉੱਤੇ ਇਹਨਾਂ ਨੇ ਇੱਕੋ ਹੀ ਨਾਤਾ ਸਰਕਾਰਾਂ ਨੇ ਬਣਾਇਆ ਸੀ ਵੀ ਹੁਣ ਹਰ ਇੱਕ ਬੰਦੇ ਨੂੰ ਜਿਹੜਾ ਪਨਾਹ ਵੀ ਦਿੰਦਾ ਉਹਨੂੰ ਵੀ, ਦੂਜੇ ਨੂੰ, ਸਾਰਿਆਂ ਨੂੰ ਖਤਮ ਕਰ ਦਿਓ, ਕਿਉਂ ਅਸਲੀ ਬੰਦੇ ਤੇ ਇਹਨਾਂ ਕੋਲ ਘੱਟ ਤੇ ਨਜਾਇਜ਼ ਬੰਦੇ ਇਹਨਾਂ ਨੇ ਜ਼ਿਆਦਾ ਮਾਰੇ। ਇਹ ਜੀ ਇਸ ਤਰ੍ਹਾਂ ਸੀਗਾ, ਜਿਸ ਦਿਨ ਬਾਬਾ ਮਨੋਚਾਲ ਜੀ ਦਾ ਮਤਲਬ ਮੁਕਾਬਲਾ ਬਣਦਾ ਨਾ, ਇਹ ਜਿਸ ਦਿਨ ਇਹਨਾਂ ਦਾ ਬਾਬੇ ਮਨੋਚਾਲ ਜੀ ਦਾ ਮੁਕਾਬਲਾ ਬਣਦਾ, ਉਦੋਂ 1-2 ਦਿਨ ਪਹਿਲਾਂ ਸਾਡੇ ਜਿਹੜੇ CRP ਜਿਹੜੀ ਘਰੇ ਆ ਗਈ, ਉਹਨਾਂ ਨੇ ਮੈਨੂੰ ਅਰੈਸਟ ਕੀਤਾ ਘਰੋਂ, ਇੱਥੇ ਟੈਰੋਗੇਟ ਵੀ ਚੰਗਾ ਕੀਤਾ, ਮੁੜ ਕੇ ਮੈਨੂੰ ਲੈ ਗਏ ਸੀ ਇੱਥੇ ਸਿਟੀ ਥਾਣੇ। ਉਸ ਤੋਂ ਅਗਲੇ ਦਿਨ ਬਾਬਾ ਜੀ ਮਨੋਚਾਲ ਦੀ ਜਿਹੜੀ ਡੈਥ ਹੁੰਦੀ ਹੈ, ਉਸ ਟਾਈਮ 'ਤੇ ਮੈਂ ਸਿਟੀ ਥਾਣੇ ਸੀਗਾ। ਉਦੋਂ ਬਾਅਦ ਫਿਰ 5-6 ਦਿਨਾਂ ਬਾਅਦ ਇਹਨਾਂ ਨੂੰ ਜਾਣੀ ਕਿ ਸਰਪੰਚ ਨੂੰ ਜਿਹੜਾ ਵਾ ਵੀ ਪੇਸ਼ ਕਰਾਇਆ ਗਿਆ ਵਾ। ਜਿਵੇਂ ਮੰਨ ਲਓ ਵੀ 28 ਨੂੰ ਤੇ 29 ਜਾਂ 30 ਤਰੀਕ ਦੇ ਲਗਭਗ, ਜਾਂ 5-6 ਦੇ, ਯਾਨੀ ਕਿ 5-6 ਦਿਨ ਬਾਅਦ 'ਚ ਯਾਨੀ ਕਿ ਇਹਨੂੰ ਪੇਸ਼ ਕਰਾਇਆ ਜਾਂਦਾ ਵਾ। ਇਹ ਉਹ ਕਹਿੰਦੇ ਵੀ ਜਾਂ ਤਾਂ ਅਸੀਂ ਮੁੰਡੇ ਨੂੰ ਮਾਰ ਦੇਣਾ, ਨਹੀਂ ਤੇ ਉਹਨੂੰ ਪਿਆਰਾ ਸਾਨੂੰ ਪੇਸ਼ ਕਰਾ ਦਿਓ। ਫਿਰ ਇਹਨਾਂ ਨੇ ਵੇਖਿਆ ਵੇਟ ਵੀ ਤਾਂ ਨਾ ਕਰਨੀ ਪਈ, ਨਹੀਂ ਤੇ ਹੋ ਸਕਦਾ ਹੈ ਕਿ ਵੱਡੇ ਬੰਦੇ ਦੇ ਰਾਹੀਂ ਪੇਸ਼ ਕਰਾਇਆ ਜਾਂਦਾ। ਜਦੋਂ ਉਹਨਾਂ ਨੇ ਵੇਖਿਆ ਵੀ ਮੁੰਡੇ ਨੂੰ ਟਾਰਚਰ ਜ਼ਿਆਦਾ ਕੀਤਾ ਵਾ, ਤੇ ਸਾਰੇ ਤੁਹਾਨੂੰ ਪਤਾ ਭੈਣ ਭਰਾਵਾਂ ਨੂੰ ਹੁੰਦਾ ਹੀ ਆ ਕਿ ਵੀ ਅੱਜ ਕੱਲ੍ਹ ਮੁੰਡਿਆਂ ਨੂੰ ਜ਼ਿਆਦਾ ਛੇਤੀ ਮਾਰਿਆ ਜਾਂਦਾ ਵਾ, ਤੇ ਚਲੋ ਇਹਨਾਂ ਨੂੰ ਪੇਸ਼ ਕਰਵਾ ਦਈਏ। ਇਸ ਕਰਕੇ ਜਦੋਂ ਇਹਨਾਂ ਨੂੰ ਪੇਸ਼ ਕਰਾਇਆ, ਫਿਰ ਮੈਨੂੰ ਮਨੋਚਾਰ ਨੇ ਕਿਹਾ ਵੀ ਹਾਂ ਤੈਨੂੰ ਹੁਣ ਗੱਲ ਕਰ ਵੀ ਅਗਲੇ ਪਾਰ ਨਗਾਈਏ, ਘਰ ਨੂੰ ਘੱਲੀਏ। ਕਿਹੜੇ ਗੁਰਬੰਚ ਸਿੰਘ ਮਨੋਚਾਲ ਇੱਕ ਉਸ ਟਾਈਮ 'ਤੇ ਥਾਣੇਦਾਰ ਵੀ ਸੀ, ਜਿਹੜਾ ਇੰਚਾਰਜ ਲੱਗਾ ਸੀ ਸਿਟੀ ਥਾਣੇ ਤਰਨਤਾਰਨ। ਉਹਨੇ ਮੈਨੂੰ ਕਿਹਾ ਕਿ ਹੁਣ ਗੱਲ ਕਰ ਕੋਈ ਕਾਕਾ ਤੈਨੂੰ ਵੀ ਪਾਰ ਨਗਾਈਏ ਕਿ ਤੈਨੂੰ ਘਰ ਨੂੰ ਭੇਜੀਏ। ਮੈਂ ਕਿਹਾ ਜਨਾਬ ਤੁਹਾਡੇ ਹੱਥਾਂ ਦੇ ਵਿੱਚ ਆਏ ਆ, ਜੋ ਮਰਜ਼ੀ ਕਰ ਸਕਦੇ ਜੇ। ਕਹਿੰਦਾ ਚੱਲ ਕੋਈ ਗੱਲ ਨਹੀਂ, ਤੇਰੇ ਪਿਓ ਨੂੰ ਉਹਨਾਂ ਨੇ ਪੇਸ਼ ਕਰਾ ਦਿੱਤਾ ਤੇ ਤੂੰ ਚੱਲ ਹੁਣ ਘਰ ਨੂੰ ਚੱਲ ਜਾ। ਉਸ ਟਾਈਮ 'ਤੇ ਉਹਨਾਂ ਨੇ ਮੈਨੂੰ ਚਲੋ ਛੱਡ ਦਿੱਤਾ। ਆਹ ਕਹਾਣੀ ਆ, ਇਸ ਤਰ੍ਹਾਂ ਦੀ ਆ ਕਿ ਕਈ ਸਾਲ ਲੰਘ ਗਏ ਆ। ਹਾਂਜੀ, ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਪਿਤਾ ਨਾਲ ਕੀ ਕੀ ਬੀਤਿਆ ਹੋ? ਸਾਡੇ ਪਿਤਾ ਦੇ ਨਾਲ ਜਿਹੜੇ ਕਾਫੀ ਦੇਰ ਤੋਂ ਮੈਂ ਜਿੰਨਾ ਕੁ ਜੋਗਾ ਉਹਨਾਂ ਚਿਰ ਪੁੱਛ-ਗਿੱਛ ਕੀਤੀ ਆ। 2 ਆਦਮੀ ਸੀ ਜਿਹੜੇ ਉਹਨਾਂ ਦੇ ਨਾਲ ਰਹੇ ਆ। ਇੱਕ ਜਸਵੰਤ ਸਿੰਘ ਤਰਨਤਾਰਨ ਦਾ ਵਾ, ਜੋ ਕਿ ਮੈਨੂੰ ਕਿਸ ਤਰੀਕੇ ਰਾਹੀਂ ਮਿਲਿਆ, ਤੇ ਮੈਂ ਉਹਨਾਂ ਨੂੰ ਪੁੱਛਿਆ। ਉਹ ਕਹਿੰਦਾ ਕਿ ਮੈਂ ਸਰਪੰਚ ਦੇ ਨਾਲ ਰਿਹਾ ਹਾਂ ਜਿਸ ਟਾਈਮ ਦੇ ਉੱਤੇ ਇਹ ਗੱਲ ਹੋਈ ਹੈ। ਕਿਉਂ ਆਂਦਾ ਅਸੀਂ 10-12 ਬੰਦੇ ਸੀਗੇ, ਜਿਨ੍ਹਾਂ ਦੇ ਵਿੱਚ ਸਾਨੂੰ ਕਿ ਅਲੱਗ ਕੀਤਾ ਗਿਆ ਸੀ ਦੂਜਿਆਂ ਨਾਲੋਂ, ਹਵਾਲਾਟਾਂ ਦੇ ਵਿੱਚੋਂ ਅਲੱਗ ਕੀਤਾ ਗਿਆ ਸੀ, ਅਤੇ ਰੋਜ਼ ਦੇ ਰੋਜ਼ ਸਾਡੀ ਜਿਹੜੀ ਗਿਣਤੀ ਉਹ ਘਟਦੀ ਜਾਂਦੀ ਸੀਗੀ। ਅਤੇ ਅਸੀਂ ਜਿਹੜੇ 2 ਬੰਦੇ ਸੀ, ਅਸੀਂ ਕੋਈ ਪੈਸਾ ਧੇਲਾ ਦੇ ਕੇ, ਜਾਂ ਮੰਨ ਲਓ ਕਿਸ ਤਰ੍ਹਾਂ ਕੋਈ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਦਾ ਕੋਈ ਮੁਲਾਜ਼ਮ ਹੋ ਸਕਦਾ, ਜਾਂ ਉਹਨਾਂ ਦੀ ਵਧੀ ਦਾ ਢੋਅ ਲਾ ਲਓ, ਉਹ ਬੰਦੇ ਜਿਹੜੇ ਉਹ 2 ਬਚੇ ਆ। ਬਾਕੀ ਜਿਹੜੇ ਸੀ ਸਾਰਿਆਂ ਦਾ ਇਹਨਾਂ ਨੇ ਝੂਠੇ ਮੁਕਾਬਲੇ ਬਣਾ ਕੇ ਉਹ ਬੰਦੇ ਜਿਹੜੇ ਖਤਮ ਕਰ ਦਿੱਤੇ ਸੀ। ਅਤੇ ਉਹਦੇ ਨਾਲ ਮੇਰਾ ਸੰਪਰਕ ਸਿਰਫ ਇੰਨਾ ਕੀ ਹੋਇਆ ਕਿ ਉਹ ਮੈਨੂੰ ਇਹ ਕਰਕੇ ਮਿਲਿਆ ਕਿ ਮੈਂ ਉਹਦੇ ਨਾਲ ਰਿਹਾ ਵਾਂ, ਅਤੇ ਮੇਰਾ ਚਲੋ ਜਿੰਨੀ ਜੋਗੇ ਮੇਰਾ ਫਰਜ਼ ਬਣਦਾ ਕਿ ਤੁਹਾਨੂੰ ਮੈਂ ਚਲੋ ਦੱਸਾਂ ਕਿ ਵੀ ਆਹ ਗੱਲ ਵਾ। ਉਸ ਤੋਂ ਬਾਅਦ ਮੇਰਾ ਉਦੋਂ ਬਾਅਦ ਵੀ ਉਹਦੇ ਨਾਲ ਸੰਪਰਕ ਨਹੀਂ ਹੋਇਆ, ਕਿਉਂਕਿ ਹੁਣ ਤੁਹਾਨੂੰ ਪਤਾ ਜੇ ਕੋਈ ਕੇਸ ਵਗੈਰਾ ਲਾਉਣਾ ਹੋਵੇ ਜਾਂ ਪੈਸੇ ਧੇਲੇ ਦੀ ਜ਼ਰੂਰਤ ਜ਼ਿਆਦਾ ਪੈਂਦੀ ਹੈ। ਬਾਕੀ ਸੁਣਾਈ ਵੀ ਅੱਜ ਕੱਲ੍ਹ ਘੱਟ ਹੋ ਰਹੀ ਆ, ਇਸ ਕਰਕੇ ਇੰਨੀ ਕੋਈ ਪਹੁੰਚ ਵੀ ਨਹੀਂ ਮਗਰ, ਜਿਸ ਕਰਕੇ ਕੋਈ ਅਸੀਂ ਕੇਸ ਵੀ ਨਹੀਂ ਜ਼ਿਆਦਾ ਲਾ ਸਕੇ ਜਾਂ ਕੋਈ ਕਰ ਸਕੇ। ਜਿਹੜਾ ਕੋਈ ਮਾੜਾ ਮੋਟਾ ਹੈਗਾ ਵੀ ਸੀ, ਇੱਕ ਵਾਰ ਥੋੜ੍ਹਾ ਛੋਟਾ ਜਿਹਾ ਲਾਇਆ ਸੀ, ਉਹ ਵੀ ਮਾਤਾ ਜੀ ਕੋਲ ਸਾਈਨ ਕਰਵਾ ਕੇ ਪੁਲਿਸ ਵਾਲੇ ਲੈ ਗਏ। ਅਤੇ ਇਸ ਤਰ੍ਹਾਂ ਵਾ ਵੀ ਆਹ ਘਟਨਾਵਾਂ ਦੇ ਇਸ ਘਟਨਾ ਦੇ ਵਿੱਚ ਹਰ ਇੱਕ ਨੂੰ ਪਤਾ ਕਿ ਉਹ ਜਿਹੜਾ ਸਮਾਂ ਸੀਗਾ ਉਹ ਬਹੁਤ ਜ਼ਿਆਦਾ ਖਤਰਨਾਕ ਸੀਗਾ। 2-4 ਦਿਨ ਪਹਿਲਾਂ ਦੱਸਣ ਦੀ ਗੱਲ ਆ ਕਿ ਉਹ ਥਾਣੇ ਨੂੰ ਬੰਦਾ ਛਡਵਾ ਕੇ ਲਿਆਏ ਆ। ਜੇ ਉਹ ਹੈ ਸੀ ਤਾਂ ਉਦੋਂ ਹੀ ਪੁਲਿਸ ਨੂੰ ਅਰੈਸਟ ਕਰਦੀ ਵੀ ਤਾਈ ਤੈਨੂੰ ਆਹ ਕੰਮ ਕਰਦਾ ਜਾਂ ਕਿੱਦਾਂ ਵਾ। ਖੈਰ ਕਾਫੀ ਪਹਿਲਾਂ ਵੀ ਕਈ ਵਾਰ ਉਹਨੂੰ ਖੜਿਆ ਛੱਡਿਆ ਸਮਾਂ ਇੱਦਾਂ ਬੀਤਦਾ ਰਿਹਾ, ਕਿਉਂਕਿ ਮੁੱਢ ਜਿਹੜਾ ਸੀਗਾ ਉਹ ਮੁੱਢ ਇਹ ਸੀਗਾ ਵੀ ਸੰਤ ਜਰਨੈਲ ਸਿੰਘ ਜੀ ਹੋਣਾ ਕੋ ਇਹਨਾਂ ਨੇ ਅੰਮ੍ਰਿਤ ਛਕਿਆ ਸੀਗਾ। ਬਾਬੇ ਮਨੋਚਾਲ ਜੀ ਜਦੋਂ ਉੱਥੇ ਮੰਜੀ ਸਾਹਿਬ ਕਰਦੇ ਸੀਗੇ, ਆਪਣੀ ਸੇਵਾ ਵਿਆਖਿਆ ਕਰਦੇ ਹੁੰਦੇ ਸੀਗੇ, ਉਦੋਂ ਤੋਂ ਉਹਨਾਂ ਨਾਲ ਤਾਲਮੇਲ ਹੈਗਾ ਸੀਗਾ। ਜਦੋਂ ਸਰਪੰਚ ਬਣੇ ਆ ਉਦੋਂ ਬਾਅਦ ਗ੍ਰਿਫਤਾਰੀਆਂ ਵੀ ਹੋਈਆਂ, ਜਥੇਦਾਰ ਸਾਹਿਬ ਉਹਨਾਂ ਨੂੰ ਪਤਾ ਹੀ ਆ,
ਉਦੋਂ ਗ੍ਰਿਫਤਾਰੀਆਂ ਵੀ ਇਹਨਾਂ ਨੇ ਦਿੱਤੀਆਂ, ਫਿਰੋਜ਼ਪੁਰ ਜੇਲ੍ਹ ਦੇ ਵਿੱਚ ਵੀ ਥੋੜ੍ਹਾ ਚਿਰ ਰਹੇ। ਉਹ ਇਦਾਂ ਕਰਕੇ ਜਿਹੜੀਆਂ ਇਹੋ ਜਿਹੇ ਬੰਦੇ ਜਿਹੜੇ ਗਾੜੀ ਤੁਰਨ ਵਾਲੇ ਹੁੰਦੇ ਆ, ਉਹ ਥੋੜ੍ਹੇ ਪੁਲਿਸ ਦੀ ਨਿਗਾਹ ਦੇ ਵਿੱਚ ਯਾਨੀ ਕਿ ਉਹ ਰੱਖੇ ਜਾਂਦੇ ਪਹਿਲਾਂ ਤੋਂ ਹੀ। ਅਤੇ ਜਦੋਂ ਇਹੋ ਜਿਹੀ ਨਾਲ ਉਹਨਾਂ ਦੇ ਕੋਈ ਘਟਨਾ ਲੱਗ ਜਾਂਦੀ ਹੈ ਕਿ ਇਸ ਬੰਦੇ ਕੋ ਆਹ ਗੱਲ ਆ ਜੀ, ਇਹ ਕੋ ਆਹ ਗੱਲ ਆ, ਉਹਨੂੰ ਫਿਰ ਦੂਜੇ ਪੱਖ ਦੇ ਵਿੱਚ ਨਾਲ ਜੋੜਿਆ ਜਾਂਦਾ ਕਿ ਇਹ ਬੰਦਾ ਜਿਹੜਾ ਵਾ ਫਲਾਣੇ ਬੰਦੇ ਨੂੰ ਪਨਾਹ ਦੇ ਰਿਹਾ। ਇੱਕ ਸਰਕਾਰ ਦਾ ਇਰਾਦਾ ਹੋ ਜਾਂਦਾ ਕਿ ਇਸ ਬੰਦੇ ਨੂੰ ਆਪਾਂ ਖਤਮ ਕਰਨਾ ਵਾ। ਜਦੋਂ ਸਰਕਾਰ ਦਾ ਇਰਾਦਾ ਹੋ ਜੇ ਨਾ, ਉਦੋਂ ਬੰਦਾ ਜਿੰਨਾ ਮਰਜ਼ੀ ਜਾਇਜ਼ ਹੋਵੇ, ਉਹਨੂੰ ਨਜਾਇਜ਼ ਬਣਾਉਣ ਵਾਸਤੇ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ। ਅਸੀਂ ਲੋਕਾਂ ਨੂੰ ਮਜਬੂਰ ਕਰਨਾ, ਮੰਨ ਲਓ ਹੁਣ ਜਿਵੇਂ ਟਾਰਚਰ ਕੀਤਾ, ਸਾਨੂੰ ਟਾਰਚਰ ਕੀਤਾ, ਸਾਡੇ ਪਿਤਾ ਜੀ ਨੂੰ ਕੀਤਾ, ਸਾਰਿਆਂ ਨੂੰ ਕੀਤਾ। ਉਹ ਸਮੇਂ ਦੇ ਵਿੱਚ ਸਾਨੂੰ ਇਹ ਲੱਗਦਾ ਸੀ ਵੀ ਇਹਦੇ ਨੂੰ ਘਰ ਛੱਡ ਕੇ ਚੱਲ ਜਾਣਾ ਜਿਹੜਾ ਉਹ ਜਾਇਜ਼ ਵਾ। ਜਦੋਂ ਨਜਾਇਜ਼ ਬੰਦੇ ਦੇ ਨੂੰ ਟਾਰਚ ਕਰਨਾ, ਕੋਈ ਉਹਦੇ ਵਿੱਚ ਮਾਸਾ ਜਿੰਨਾ ਰਤੀ ਜਿੰਨਾ ਵੀ, ਹੁਣ ਮੰਨ ਲਓ ਮੇਰੀ ਪੜ੍ਹਾਈ ਜਿਹੜੀ ਇਸੇ ਕਰਕੇ ਬੇਕਾਰ ਹੋ ਗਈ, ਖਤਮ ਹੋ ਗਈ, ਕਿਉਂ 90 ਦੇ ਵਿੱਚ ਮੈਂ ਕੀਤੀ। 90 ਤੋਂ ਬਾਅਦ ਦੇ ਵਿੱਚ ਜਦੋਂ ਇਹ ਸਰਕਲ ਚੱਲ ਗਿਆ, ਨਾ ਤੇ ਪੜ੍ਹਾਈ ਕਰ ਸਕੇ, ਘਰ ਹੀ ਨਹੀਂ ਖਲੋ ਸਕੇ। 2-3 ਸਾਲ ਜਦੋਂ ਇਹ ਗੱਲ ਪਾਈ, ਉਦੋਂ ਬਾਅਦ ਅਸੀਂ ਘਰ ਦੇ ਵਿੱਚੋਂ ਚੱਲ ਗਏ। ਜਥੇਦਾਰੋ ਜੀ ਉਹਨਾਂ ਨੂੰ ਪਤਾ ਵਾ, ਘਰ ਦੇ ਵਿੱਚ ਘਾਹ ਉੱਗਿਆ, ਬੁਰਾ ਹਾਲ, ਬੌਂਕੇ ਦਿਹਾੜੇ, ਆਸਤੇ ਘਰ ਦੇ ਵਿੱਚ ਫਿਰ ਪੈਰ ਠਰਾਏ। ਇਹੋ ਜਿਹੇ ਸਮਾਂ ਵਿਚਰਨ ਦੇ ਨਾਲ ਜਿਹੜਾ ਮਨੁੱਖੀ ਤੇ ਬੰਦੇ ਦੀ ਜਿਹੜੀ ਘਾਟ ਉਹ ਤਾਂ ਹੈਗੀ ਸੀ, ਅਤੇ ਨਾਲ ਜਿਹੜਾ ਸਰਕਲ 0 ਲੈਵਲ 'ਤੇ ਜ਼ਮੀਨ ਜਾਇਦਾਦ ਦਾ ਸੀ ਉਹ ਵੀ ਘਟਦਾ ਗਿਆ ਆਰਥਿਕ ਤੌਰ 'ਤੇ। ਕਿਉਂ ਇਹ ਜਿਹੜੀ ਆ ਇਹ ਨੁਕਸਾਨ ਜਿਹੜਾ ਵਾ ਸਿਰਫ ਤੇ ਸਿਰਫ ਕਿਹਦਾ ਹੋਇਆ? ਸਾਡਾ। ਸਰਕਾਰਾਂ ਦਾ ਕੁਛ ਨਹੀਂ ਗਿਆ। ਸਰਕਾਰਾਂ ਨੂੰ ਤਾਂ ਇੱਕ ਬੰਦੇ ਦੀ ਜ਼ਰੂਰਤ ਹੀ ਉਹਨਾਂ ਮਾਰਤਾ, ਕਿਸ ਨੇ ਅਹੁਦਾ ਲੈ ਲਿਆ ਹੋਏਗਾ। ਮੰਨ ਲਾ ਕਿਸੇ ਨੇ ਅਹੁਦਾ ਲੈ ਲਿਆ ਹੋਵੇਗਾ ਕਿ ਅਫਸਰ ਨੇ ਸੋਚਤਾ ਹੋਊਗਾ ਮੈਂ ਬੜਾ ਵੱਡਾ ਅੱਤਵਾਦੀ ਆ ਜਾਣੀ, ਉਹਨੇ ਸੱਦਣਾ ਤਾਂ ਜਾਣਾ। ਬੜੀ ਮੁਸ਼ਕਲ ਦੇ ਵਿੱਚ ਨਾਲ ਜਿਹੜੇ ਦੌਰ 8-10 ਸਾਲ ਦੀ ਸਰਪੰਚੀ ਦੇ ਉਹਨਾਂ ਨੇ ਕੀਤੇ, ਉਹਨੂੰ ਘਾਟੇ ਵੰਡੇ ਸਾਬਤ ਹੋਏ। ਜ਼ਮੀਨ ਜਾਇਦਾਦ ਵੱਲੋਂ ਵੀ ਘਾਟੇ ਵੰਡੇ, ਆਖਰ ਆਪਣੀ ਜਾਨ ਵੀ ਗਵਾ ਗਏ। ਇਹ ਕਾਰਨ ਕੀ ਹੋਇਆ? ਇਹ ਕਾਰਨ ਸਿਰਫ ਇਹੋ ਹੀ ਕਿ ਸਰਕਾਰਾਂ ਦੀ ਇੱਕ ਰਣਨੀਤੀ ਜਦੋਂ 92 ਦੇ ਵਿੱਚ ਮੁਕਾਬਲਾ ਹੋਇਆ, ਉਦੋਂ ਇੱਥੇ ਜਥੇਦਾਰ ਰੋਟੀ ਖਾਣ ਡਿਆ ਘਰੇ, ਉਹਨੂੰ ਲੈ ਕੇ ਗਏ, ਕਹਿੰਦੇ ਤੂੰ ਜਿਹੜੇ ਅੱਤਵਾਦੀ ਪਾਲੇ ਆ ਨਾ, ਤੇਰਾ ਕਰਦੇ ਇਲਾਜ, ਤੂੰ ਆ ਹਜ਼ਰੀ ਕਨਾਲ ਸਾਡੇ। ਉਦੋਂ ਵੀ ਉਹਨੇ ਜਦੋਂ ਮੁਕਾਬਲੇ ਤੋਂ ਬਾਅਦ ਆ ਕੇ 2 ਦਿਨ ਰੋਟੀ ਨਹੀਂ ਖਾਧੀ, ਇੰਨੀ ਜ਼ਿਆਦਾ ਮੰਦੀ ਹਾਲਤ ਹੋਈ ਉਹਨਾਂ ਦੀ। ਕਿਉਂ ਕਦੀ ਉਹਨੂੰ ਕਹਿਣਾ ਅੱਗ ਲਾ ਦੇ, ਕਦੀ ਕੁਛ। ਇੱਕ ਪਿੰਡ ਦਾ ਕਿਸੇ ਦਾ ਵੀ ਬੱਚਾ ਜਦੋਂ ਇੱਦਾਂ ਹੁੰਦਾ ਵਾ, ਮੰਨ ਲਓ ਪਿੰਡ ਦੇ ਸਰਪੰਚ ਵਾਸਤੇ ਸਾਰੇ ਇੱਕੋ ਜਿਹੇ ਹੁੰਦੇ ਆ। ਜਿਹੜੇ 7 ਬੰਦੇ ਸਾਡੇ ਪਿੰਡ ਦੇ ਨੁਕਸਾਨ ਹੋਏ, ਉਹ ਵੀ ਉਸ ਟਾਈਮ ਦੇ ਵਿੱਚ ਉਹਦੇ ਦਿਲ 'ਤੇ ਲੱਗੀ। ਇਸ ਕਰਕੇ ਲੱਗੀ ਕਿ ਮੇਰੇ ਪਿੰਡ ਦੇ ਬੰਦੇ ਜਿਹੜੇ ਆ ਨਜਾਇਜ਼ ਨਾਲ ਮਾਰੇ ਗਏ। ਫਿਰ ਉਦੋਂ ਤੋਂ ਪੁਲਿਸ ਨੇ ਇਸ ਚੀਜ਼ ਵੱਲ ਵੀ ਧਿਆਨ ਦਿੱਤਾ ਵੀ ਇਹ ਬੰਦਾ ਵੀ ਜਿਹੜਾ ਇਹਨੂੰ ਵੀ ਖਤਮ ਕਰਨਾ। ਫਿਰ ਕਿਸੇ ਢੰਗ ਤਰੀਕੇ ਦੇ ਨਾਲ ਉਹਨੂੰ 93 ਦੇ ਵਿੱਚ ਇੱਦਾਂ ਫੜ ਕੇ 3 ਮਹੀਨੇ, ਅਤੇ ਸਰਕਾਰ ਨੇ ਪਹਿਲਾਂ ਕਿਹਾ ਕੋਈ ਗੱਲ ਹੀ ਨਹੀਂ, ਗਏ ਮਿਲਦੇ ਗਿਲਦੇ ਰਹੇ, ਸਾਰਾ ਕੁਛ ਹੋਇਆ। ਮੁੜ ਕੇ ਇੱਕਦਮ ਉਹਨੂੰ ਕੀ ਹੋ ਗਿਆ, ਛੱਡ ਕੇ ਫੜਨਾ। ਇੱਕ ਉਹ ਇਹੋ ਹੀ ਨੀਤੀ ਸੀ ਕਿ ਇੱਥੇ ਬੰਦਿਆਂ ਨੂੰ ਪਤਾ ਲੱਗ ਜੇ ਵੀ ਉਹ ਘਰ ਨੂੰ ਚਲੇ ਗਿਆ, ਅਤੇ ਬਾਹਰੋਂ ਚੁੱਕ ਕੇ ਉਹਦਾ ਮੁਕਾਬਲਾ ਬਣਾ ਦੇਣਾ। ਇਹ ਸਰਕਾਰਾਂ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਸਾਡੇ ਨਾਲ। ਵੇਖੋ ਜੀ, ਉਦੋਂ ਜਿੰਨੀਆਂ ਵੀ ਮਾਣੋਚਾਲ ਨਾਲ ਰਿਲੇਟਡ ਬਹਿਕਾਂ ਸੀ ਨਾ ਸਾਡੀਆਂ, ਇਹ ਇੱਕ ਨਹੀਂ, ਪਿੰਡ ਝੀਤੇ ਤੋਂ ਲੈ ਕੇ ਤੁਹਾਡੇ ਨਾਲ ਅੱਗੇ ਵੀ ਜ਼ਿਕਰ ਕਰ ਚੁੱਕਾ ਮੈਂ 1-2 ਵਾਰ, ਪਿੰਡ ਚੋਲਾ ਤੱਕ। ਜਿਸ ਦਿਨ ਬਾਬਾ ਮਾਣੋਚਾਲ 27 ਫਰਵਰੀ ਨੂੰ ਪਿੰਡ ਬਾਗੜੀਆਂ ਤੋਂ ਮੁਕਾਬਲੇ 'ਚ ਨਿਕਲਦੇ ਆ ਨਾ, ਇਹਨਾਂ ਘਰਾਂ 'ਚ ਚੌਂਕੀਆਂ ਬਹਿ ਗਈਆਂ ਸੀ। ਕਿਉਂਕਿ ਜਿਹੜੀਆਂ ਅਸੀਂ ਮੇਨ ਬਹਿਕਾਂ ਸੀ ਨਾ, ਚਾਹੇ ਝੀਤਾ ਪਿੰਡ ਲਾ ਲਓ, ਚਾਹੇ ਰਟੌਲ ਲਾ ਲਓ, ਜਾਂ ਇਹਨਾਂ ਦੀ ਬਹਿਕ ਹੋਈ, ਜਾਂ ਬਾਗੜੀਆਂ, ਬਾਠ, ਜਿੰਨੇ ਵੀ ਤਾਂ ਸਾਡੇ ਫੇਲੋ ਕੇ ਜਿੱਦਣ ਉੱਦਾਂ ਆਪਾਂ ਇੰਟਰਵਿਊ ਕਰਕੇ ਆਏ ਹਾਂ, ਮਤਲਬ 80 ਕਿਲੋਮੀਟਰ ਤੱਕ। ਕਿਉਂਕਿ ਉਹਨਾਂ ਨੂੰ ਪੱਕਾ ਪਤਾ ਸੀ ਵੀ ਇਹਦੇ ਤੋਂ ਸਿਵਾਏ ਉਹਨਾਂ ਦੇ ਬਹਿਕਾਂ ਤੋਂ ਬਣੇ ਕਿਤੇ ਜਾ ਨਹੀਂ ਸਕਦੇ। ਅਤੇ ਖਾਸ ਕਰਕੇ ਤੁਹਾਨੂੰ ਮੈਂ ਅੱਗੇ ਵੀ ਦੱਸਿਆ, ਬਾਠਾਂ ਵਾਲੇ ਮੁੰਡੇ ਦਾ ਵੀ ਜ਼ਿਕਰ ਕੀਤਾ, ਇਹਨਾਂ ਦੇ ਬਜ਼ੁਰਗ ਦਾ ਵੀ ਜ਼ਿਕਰ ਕੀਤਾ ਮੈਂ ਤੁਹਾਡੇ ਨਾਲ। ਝੀਤਿਆਂ ਵਾਲਾ ਕੁਲਦੀਪ ਸਿੰਘ ਉਹ ਬਚ ਚੁੱਕੇ ਆ। ਚੰਦ ਕੀ ਜਿੱਦਾਂ ਤੁਹਾਨੂੰ ਦੱਸ ਚੁੱਕੇ ਆ ਨੌਜਵਾਨ ਵੀ, ਚੰਦ ਕੁ ਬੰਦੇ ਬਚੇ ਆ। ਬਹੁਤ ਜ਼ਿਆਦਾ ਨੁਕਸਾਨ ਕੀਤਾ, ਚਾਹੇ ਉਹ ਸੰਗਤਪੁਰੀ ਆ ਫੌਜੀ ਆ, ਜਾਂ ਚੋਲੇ ਵਾਲੇ ਉਹ ਸਰਜੀਤ ਸਿੰਘ ਭਗਵਾਨ ਸਿੰਘ ਹੋਣੀ ਆ, ਜਾਂ ਮੁੰਡਾ ਬਾਠਾਂ ਤੋਂ, ਜਾਂ ਬਾਗੜੀਆਂ ਵਾਲੇ ਪਿਆਰਾ ਸਿੰਘ ਪੰਛੀ ਹੋਣੀ ਆ। ਇੱਕ ਨਹੀਂ, ਘੱਟ ਤੋਂ ਘੱਟ ਵੀ 40 ਮਾਣੋਚਾਲ ਨਾਲ ਰਿਲੇਟਡ ਜਿਹੜੇ ਇੱਦਾਂ ਕਾਊਂਟਰ ਕੀਤੇ ਗਏ ਆ। 40 ਬੰਦੇ ਜਿਹੜੇ ਆ ਮਾਣੋਚਾਲ ਨਾਲ ਰਿਲੇਟਡ, ਪਿਆਰਾ ਸਿੰਘ ਸਰਪੰਚ ਸਮੇਤ। ਸਰਪੰਚ ਪਿਆਰਾ ਸਿੰਘ ਨੂੰ ਸ਼ਹੀਦ ਕਰਨ ਪਿੱਛੇ ਕੀ ਵਜ੍ਹਾ ਵਾ ਸਰਕਾਰ ਦੀ? ਵਜ੍ਹਾ ਇਹੋ ਕਿ ਉਹਨਾਂ ਦੇ ਹਿੱਕ ਤੇ ਵੀ ਇਹ ਬੰਦੇ ਜਿਹੜੇ ਬਹੁਤ ਖਾੜਕੂਵਾਲ ਨਾਲ ਰਿਲੇਟਡ ਆ ਜੀ, ਇਹ ਪੱਕੀਆਂ ਬੇਕਾਂ ਜੀ ਮਾਣੋਚਾਲ ਦੀਆਂ, ਕਿਉਂਕਿ ਰੀੜ੍ਹ ਦੀ ਹੱਡੀ ਹੈ। ਇੱਕ ਨਹੀਂ ਇੱਥੋਂ ਸੰਤੋਖ ਸਿੰਘ ਵੀ ਇਹਨਾਂ ਦੇ ਨਾਲ ਹੀ, ਉਹਨਾਂ ਨੂੰ ਵੀ ਕੀਤਾ। ਕੁਲਬੀਰ ਸਿੰਘ ਦਾ ਬਾਪ ਪਿੰਡ ਬਹਿਲਾ, ਉਹ ਵੀ ਬਜ਼ੁਰਗ ਸੀ। ਇਹਨਾਂ ਦਾ ਡੈਡੀ ਬਜ਼ੁਰਗ ਸੀ, ਪਿਆਰਾ ਸਿੰਘ ਜੀ ਵੀ ਸਰਪੰਚ ਸਾਹਿਬ। ਨਾਲ ਹੀ ਕੁਲਦੀਪ ਸਿੰਘ ਸਰਪੰਚ ਦੇ ਨਾਲ ਰਹੇ ਆ ਝੀਤਿਆਂ ਵਾਲੇ ਦੇ, ਉਹਨਾਂ ਨੂੰ ਚੁੱਕ ਕੇ ਖੜਿਆ ਸੀ ਉੱਥੇ।
ਇੱਕ ਨਹੀਂ, ਕਮ ਸੋ ਕਮ ਤੁਹਾਨੂੰ ਮੈਂ ਅੱਗੇ ਵੀ ਇੱਕ ਜ਼ਿਕਰ ਕਰ ਚੁੱਕਾ 40 ਜਿਹੜੇ ਆਦਮੀ ਆ ਉਹ ਸ਼ਹੀਦ ਕੀਤੇ ਗਏ ਆ ਇਹਨਾਂ ਵਜ੍ਹਾ 'ਚ। ਜਿੰਨਾ ਕੋਈ ਇਹ ਨਹੀਂਗਾ ਕਿ ਉਹ ਭਗੌੜੇ ਹੀ ਉਹ ਘਰਾਂ ਤੋਂ ਪਕੜ ਕੇ ਖੜੇ ਆ ਇੱਦਾਂ। ਤੁਹਾਨੂੰ ਕੀ ਲੱਗਦਾ ਕਿ ਸਰਪੰਚ ਪਿਆਰਾ ਸਿੰਘ ਨਾਲ ਕੀ ਬੀਤਿਆ ਹੋਊਗਾ? ਬੀਤਿਆ ਬਹੁਤ ਬੁਰਾ ਹਾਲ ਹੁੰਦਾ ਰਿਹਾ ਇਹਨਾਂ ਦਾ। ਇੱਕ ਕੁਲਬੀਰ ਕੌਰ ਤੁਹਾਂ ਵੇਖੀ ਹੋਊ ਧਾਮੇ ਦੀ ਘਰ ਦੀ, ਤੁਸੀਂ ਕਿਤੇ ਨਾ ਅਖਬਾਰ ਕਢਾ ਕੇ ਨਾ 1994 ਦੀ ਉਹਨੇ ਇੱਕ ਲੇਖ ਭੇਜਿਆ ਹੈ। ਉਹ ਆਂਦੀ ਵੀ ਤਰਨਤਾਰਨ ਸਟਾਫ ਦੇ ਵਿੱਚ ਬਜ਼ੁਰਗ ਹੁੰਦੇ ਸੀ ਅਤੇ ਮੈਨੂੰ ਆਂਦੀ ਵੀ ਜਦੋਂ ਅਸੀਂ ਗੁਜਰਾਤ ਤੋਂ ਪਕੜੇ ਗਏ ਨਾ ਅਤੇ ਧਾਮੀ ਦੇ ਨਾਲ ਅਤੇ ਨਾਲ ਹੀ ਮੈਨੂੰ ਜੀਤ ਸਿੰਘ ਸੰਧੂਆਂ ਦੇ ਕੋਲ ਰੱਖਦਾ ਹੁੰਦਾ ਸੀ, ਜਿਹਨੇ 1994 ਦੇ ਹੋਲੇ ਮਹੱਲੇ ਦੇ ਉੱਤੇ ਧਾਮੀ ਨੇ ਕਿਹਾ ਮੈਂ ਇਹਦੇ ਕਦਮਾਂ ਦੇ ਸਿਰ ਨਹੀਂ ਰੱਖੂੰਗਾ। ਜਦੋਂ KPC ਗੱਲ ਨੇ ਆਂਦੀ ਨੇ ਜੀਤ ਸਿੰਘ ਸੰਧੂ ਆਇਆ ਵੀ ਇਹਦੇ ਮੱਥਾ ਟੇਕ, ਹੋਲੇ ਮਹੱਲੇ 'ਤੇ ਹੋਈ ਸੀ ਇੱਕ ਕਾਨਫਰੰਸ, ਅਤੇ ਉਹਨੇ ਕਿਹਾ ਸੀ ਮੇਰਾ ਸਿਰ ਵੀ ਲੈ ਜਾਏ ਮੈਂ ਇਹਦੇ ਜ਼ਾਲਮ ਦੇ ਨਹੀਂ ਰੱਖੂੰਗਾ। ਇਹਨੂੰ ਉਹਨੇ ਮਨਾਇਆ ਸੀ। ਧਾਮੀ ਬਹੁਤ ਤੇਜ਼ ਤਰਾਰ ਸੀ, ਪੜ੍ਹਿਆ ਲਿਖਿਆ ਤੁਹਾਨੂੰ ਪਤਾ। ਉਹ ਇਹ ਮੰਨ ਚੁੱਕਾ ਸੀ ਕਿ ਮੈਂ ਇਹਦੇ ਇਹਨੂੰ ਅਸ਼ੀਰਵਾਦ ਲਊਂਗਾ ਇਹਦਾ ਵੀ SP DGP ਸਾਹਿਬ ਦਾ, ਪਰ ਉਹਨੇ ਕਿਹਾ ਮੈਂ ਇਹਦੇ ਜ਼ਾਲਮ ਦੇ ਸਿਰ 'ਤੇ ਮੱਥਾ ਨਹੀਂ ਟੇਕੂੰਗਾ। ਉਸ ਲੜਕੀ ਨੇ ਲੇਖ ਲਿਖਿਆ ਸੀ ਉਦੋਂ, ਕੁਲਬੀਰ ਕੌਰ ਨੇ, ਉਹਦੀ ਵਾਈਫ ਨੇ, ਕਿ ਇਹ ਜਿਹੜੇ ਬਜ਼ੁਰਗ ਸੀ ਇਹਨਾਂ ਦਾ ਬੁਰਾ ਹਾਲ ਸੀ। ਚਾਹੇ ਬਾਬਾ ਚਰਨ ਸਿੰਘ ਸਾਡੇ ਕਾਰ ਸੇਵਾ ਵਾਲੇ ਜਾਂ ਉਹ ਸਾਡੇ ਸੰਤੋਖ ਸਿੰਘ, ਇਹ ਸਾਰੇ ਬਜ਼ੁਰਗ ਜਿਹੜੇ ਸੀ ਉਦੋਂ 70 ਸਾਲ ਤੋਂ ਉੱਪਰ, ਅਤੇ ਇਹਨਾਂ ਦਾ ਬਹੁਤ ਬੁਰਾ ਹਾਲ ਸੀ। ਅਤੇ ਇਹਨਾਂ ਆਖਣਾ ਵੀ ਬੀਬੀ ਸਾਡਾ ਕੁਛ ਸੋਚ, ਅਸੀਂ ਇੰਨੇ ਜਾਣੇ, ਅਤੇ ਉਹਨਾਂ ਨੂੰ ਨਹੀਂ ਪਤਾ ਵੀ ਇਹ ਕੌਣ ਆ। ਕਹਿੰਦੀ ਮੈਂ ਤਾਂ ਆਪ ਖਾੜਕੂ ਹਾਂ, ਮੈਂ ਤਾਂ ਆਪ ਉਹ ਮਰੀਜ਼ ਹਾਂ ਦਵਾਈ ਦੀ। ਉਹਦਾ ਲੇਖ ਤੁਸੀਂ ਅਜੀਤ ਅਖਬਾਰ 'ਚ 1994 ਦਾ ਕਢਾ ਕੇ ਵੇਖੋ, ਕਿਉਂਕਿ ਇੱਥੇ ਜੋ ਕੁਛ ਹੋਇਆ ਨਾ ਬਹੁਤ ਬੁਰਾ ਹੋਇਆ ਉਸ ਸਮੇਂ 'ਚ। ਇਸੇ ਕਾਰਨ, ਕਿਉਂਕਿ ਮਾਣੋ ਚਾਲ ਦੇ ਕਾਰਨ ਵਜ੍ਹਾ 'ਚ ਇੰਨੇ ਜਿਹੜੇ ਸਾਡੇ ਜਿਹੜੇ ਬਹਿਕਾਂ ਵਾ 80 ਕਿਲੋਮੀਟਰ ਤੁਹਾਨੂੰ ਮੈਂ ਕਈ ਵਾਰ ਗਿਣਾ ਚੁੱਕਾ, ਇਹਨਾਂ ਦਾ ਇੰਨਾ ਨੁਕਸਾਨ ਹੋਇਆ ਪਛਾਂ ਝਾਤੀ ਮਾਰੀਏ ਵੀ ਇਹ ਪਰਿਵਾਰ ਮੁੜ ਕੇ ਨਾ ਕਿਤੇ ਨਾਂ ਲੈਣ। ਹੁਣ ਪਿਆਰਾ ਸਿੰਘ ਦਾ ਪਰਿਵਾਰ ਮੁੜ ਕੇ ਵੀ ਨਾਂ ਨਾ ਲਵੇ। ਮਿਸ਼ਨ ਕੀ? ਮਿਸ਼ਨ ਇਹੋ ਦਬਾਉਣਾ ਸਰਕਾਰ ਦਾ। ਕੀ ਸਿੱਖ ਦੱਬੇ ਜਾ ਸਕਦੇ ਆ? ਨਾ ਜੀ, ਕਦੀ ਨਹੀਂ, ਸਵਾਲ ਨਹੀਂ ਪੈਦਾ ਹੁੰਦਾ। ਇਹਦੇ ਜ਼ਕਰੀਆ ਖਾਨ ਨੂੰ ਨਹੀਂ ਦਬਾ ਸਕੇ। ਇਹਦੇ ਵੱਡਾ ਘੱਲੂਘਾਰ ਆਇਆ, ਛੋਟਾ ਘੱਲੂਘਾਰ ਆਇਆ, ਇਹਨਾਂ ਨੂੰ ਦਬਾਉਣ ਵਾਲਾ ਕੌਣ ਆ? ਇਹਦੇ ਜਦੋਂ 50,000 ਚੋਂ ਸਾਰੇ 20,000 ਰਹਿ ਗਏ ਤਾਂ ਵੀ ਜੱਸਾ ਸਿੰਘ ਆਲੂਵਾਲੀ ਨੇ ਆਖਿਆ ਕੋਈ ਨਹੀਂ, ਅਜੇ ਤਾਂ ਰਾਖ ਹੀ ਚੜੀ ਆ, ਸੋਨਾ ਕੋਲ ਆ ਸਾਡੇ। ਵੀ ਇਹ ਤਾਂ ਇੱਕ ਸ਼ੰਕਾ ਗਲਤ ਆ ਸਰਕਾਰਾਂ ਦੀ, ਕਿਉਂਕਿ ਪਿਆਰ ਨਾਲ ਇਹਨਾਂ ਨੂੰ ਜਿੱਤਿਆ ਜਾ ਸਕਦਾ, ਕਦੀ ਦਬਾਅ ਦੇ ਨਾਲ ਨਹੀਂ ਜਿੱਤਿਆ ਜਾ ਸਕਦਾ। ਸਿਰਫ ਹੋਰ ਕੋਈ ਮਿਸ਼ਨ ਨਹੀਂ। ਪਿਆਰਾ ਸਿੰਘ ਵਰਗੇ ਬਜ਼ੁਰਗ ਉਹਨੇ ਤੇ ਕੀ ਕਰਨਾ? 75-80 ਸਾਲ ਦੇ ਬਜ਼ੁਰਗ ਨੇ, ਇਹਨਾਂ ਨੂੰ ਸ਼ਹੀਦ ਕਰਨਾ ਸਿਰਫ ਇੱਕ ਮਿਸ਼ਨ ਹੀ ਕਿ ਇਹ ਲੋਕ ਗਾਹ ਨਾ ਲੈਣ, ਦਬਾਅ ਬਣਾਉਣਾ, ਤੁਹਾਡੇ ਸੰਘਰਸ਼ ਦਾ ਲੱਕ ਤੋੜਨਾ ਬਸ। ਅਤੇ ਤੋੜਿਆ ਹੀ ਬਹੁਤ ਜ਼ਿਆਦਾ, ਕਿਉਂਕਿ ਜਿੱਦਣ ਮਾਣੋ ਚਾਲ ਸ਼ਹੀਦ ਹੋਇਆ ਤੁਹਾਨੂੰ ਪਤਾ ਵੀ ਉਦਣ DGP ਗਿੱਲ ਨੇ ਕਹਿ ਦਿੱਤਾ ਕਿ ਅੱਜ ਅਸੀਂ ਬੋਹੜ ਪੁੱਟਤਾ, ਅੱਜ ਅਸੀਂ ਖਾੜਕੂਵਾਦ ਦਾ ਖਾਤਮਾ ਕਰਤਾ। ਜਿੰਨਾ ਚਿਰ ਇਨਸਾਨ ਨਹੀਂ ਸੀ ਸ਼ਹੀਦ ਹੁੰਦਾ ਉਹਨਾਂ ਚਿਰ ਖਾੜਕੂਵਾਦ ਦਾ ਖਾਤਮਾ ਨਹੀਂ ਸੀ ਹੋ ਸਕਦਾ। ਅਤੇ ਇਹ ਬੰਦੇ ਹੁਣ ਅਸੀਂ ਜਿੰਨੇ ਹਾਂ ਅਸੀਂ ਇਹਦੇ ਨਾਲ ਰਿਲੇਟਡ ਹਾਂ। ਤੁਸੀਂ ਸਰਪੰਚ ਪਿਆਰਾ ਸਿੰਘ ਨੂੰ ਮਿਲਦੇ ਰਹੇ ਹੋਗੇ, ਉਹ ਕਿੱਦਾਂ ਦੇ ਇਨਸਾਨ ਸਨ? ਬਹੁਤ ਭਗਤ ਇਨਸਾਨ ਹੈ, ਸੱਚ ਬੋਲਣ ਵਾਲਾ ਇਨਸਾਨ ਸੀ। ਸਾਡੇ ਫੁੱਫੜ ਦਾ ਸਾਡੇ ਪਿੰਡ ਵਿਆਹੇ ਆਏ, ਬਹੁਤ ਗੁਰਮੁਖ ਇਨਸਾਨ ਸੀ। ਨਾ ਕੋਈ ਉਹਨੇ ਇਸ ਕੰਮ ਤੋਂ ਲੈ ਲਿਆ। ਸੰਤ ਜਰਨੈਲ ਸੋਹਣਾ ਨਾਲ ਰਿਲੇਸ਼ਨ ਸੀ ਉਹਨਾਂ ਦੇ। ਤੁਹਾਨੂੰ ਦੱਸ ਚੁੱਕਾ ਨੌਜਵਾਨ ਕਿ ਸਾਡੇ ਮਨਾਵੇਂ ਹੋਣੀ ਜਿਹੜੇ ਆ, ਮਨਾਵੇਂ ਇਹਨਾਂ ਦੀਆਂ ਭੈਣਾਂ ਵਾ, ਇਹਨਾਂ ਦਾ ਸਾਰਾ ਰਿਸ਼ਤੇਦਾਰੀ ਆ। ਉਹ ਬੰਦੇ ਜਿਹੜੇ ਬਿਲਕੁਲ ਸੰਤ ਜਰਨੈਲ ਸਿੰਘ ਨਾਲ ਰਿਲੇਟਡ ਸੀ। ਪਰ ਇੱਕ ਗੱਲ ਦਾ ਮੈਨੂੰ ਜ਼ਰੂਰ ਅਫਸੋਸ ਹੈ ਕਿ ਇਹਨਾਂ ਦਾ ਕਿਸੇ ਨੇ ਹਾਲ ਨਹੀਂ ਪੁੱਛਿਆ, ਕਿਉਂਕਿ ਮਨਾਵੇਂ ਦੇ ਸ਼੍ਰੋਮਣੀ ਕਮੇਟੀ ਵਿੱਚ ਆ, ਵੱਡੇ ਵੱਡੇ ਅਹੁਦਿਆਂ 'ਤੇ ਬੈਠੇ, ਪਰ ਇਹਨਾਂ ਦਾ ਨਹੀਂ ਕਿਸੇ ਨੇ ਬਾਤ ਪੁੱਛੀ। ਇਸ ਗੱਲ ਦਾ ਮੈਨੂੰ ਜ਼ਰੂਰ ਅਫਸੋਸ ਆ, ਕਿਉਂਕਿ ਸਾਡੇ ਕੌਮ ਦੇ ਜਿਹੜੇ ਅਹੁਦਿਆਂ 'ਤੇ ਬੈਠੇ ਉਹਨਾਂ ਨੂੰ ਕੁਛ ਸੋਚਣਾ ਚਾਹੀਦਾ ਇਹਨਾਂ ਪਰਿਵਾਰਾਂ ਬਾਰੇ। ਕਿਉਂਕਿ ਠੀਕ ਆ, ਪਰ ਕੌਮ ਪੈਦਾ ਹੁੰਦੀ ਆਈ ਆ, ਕੌਮ ਦੇ ਸੰਘਰਸ਼ ਵੀ ਚੱਲਦੇ ਆਏ ਆ। ਪੰਥਕ ਹੋਣ ਦਾ ਭਾਵ ਕੀ ਆ? ਪੰਥਕ ਹੋਣ ਦਾ ਭਾਵ ਹੈ ਪੰਥਕ ਲੋਕਾਂ ਨੂੰ ਉਹਨਾਂ ਦਾ ਹਾਲ ਪੁੱਛਿਆ ਜਾਵੇ, ਪਰ ਸਾਡੇ ਜਿਹੜੇ ਪੰਥਕ ਦਾ ਹਾਲ ਨਹੀਂ ਪੁੱਛਿਆ ਜਾਂਦਾ, ਦੂਜੇ ਦਾ ਜ਼ਰੂਰ ਪੁੱਛਿਆ ਜਾਂਦਾ। ਜ਼ਰੂਰ ਇਹਨਾਂ ਨੂੰ ਚਾਹੀਦਾ ਸੀ, ਇਹਨਾਂ ਦੇ ਪਰਿਵਾਰ ਨੂੰ ਕੋਈ ਸ਼੍ਰੋਮਣੀ ਕਮੇਟੀ 'ਚ ਇਹਨਾਂ ਜੋ ਨੌਜਵਾਨਾਂ ਨੂੰ ਲਾਇਆ ਹੁੰਦਾ
ਇਹਨਾਂ ਨੂੰ ਕੋਈ ਰੁਜ਼ਗਾਰ ਤੇ ਲਾਇਆ ਜਾਂਦਾ, ਕਿਉਂਕਿ ਇਹ ਸਾਡੀਆਂ ਸੰਸਥਾਵਾਂ ਦਾ ਫਰਜ਼ ਹੈ ਵੀ ਇਹਨਾਂ ਲੋਕਾਂ ਨੇ ਕੋਈ ਤਸ਼ੱਦਦ ਸਹਿਆ ਵਾ, ਇਹਨਾਂ ਦੇ ਬਜ਼ੁਰਗ ਸ਼ਹੀਦ ਹੋਏ ਆ, ਇਸ ਗੱਲ ਦਾ ਗਿਲਾ ਜ਼ਰੂਰ ਹੈ ਸਾਨੂੰ। ਇਹ ਸਾਡਾ ਲੜਕਾ ਸੁਰਜੀਤ ਸਿੰਘ ਬਹਿਲਾ, ਜਿਹਨੇ 36 ਘੰਟੇ ਮੁਕਾਬਲਾ ਕੀਤਾ ਸਰਕਾਰ ਦੀ ਪੁਲਿਸ ਤੇ ਮਿਲਟਰੀ ਫੋਰਸ ਨਾਲ, ਕਿਉਂ ਇੱਥੇ ਉਸ ਵੇਲੇ ਬਹੁਤ ਵੱਡਾ ਮੁਕਾਬਲਾ ਚੱਲਿਆ ਸੀ ਤੇ ਜਿਹਦੇ 'ਚ ਇਹਨਾਂ ਨੂੰ ਜਾ ਕੇ ਵਰਤਿਆ ਗਿਆ। ਕਿਉਂ ਸੁਰਜੀਤ ਸਿੰਘ ਨੂੰ ਆਂਦੇ ਸੀ ਵੀ ਆਤਮ ਸਮਰਪਣ ਕਰਦੇ, ਤੇ ਇਹ ਪਿੰਡ ਦੇ ਉਸ ਵੇਲੇ ਸਰਪੰਚ ਸੀ, ਤੇ ਉਹਨਾਂ ਆਖਿਆ ਵੀ ਸਾਡੇ ਸਰਪੰਚ ਨੂੰ ਲਿਆਓ ਤੇ ਫਿਰ ਮੈਂ ਗੱਲ ਕਰੂੰਗਾ। ਪਰ ਇਹਨਾਂ ਨੇ ਜਾ ਕੇ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਤੇ ਪਰ ਉਹਨਾਂ ਨੇ ਇਹਨੂੰ ਇੱਕ ਪਾਸੇ ਕਰਤਾ ਇਸ਼ਾਰੇ ਨਾਲ, ਤੇ ਉਹਨੇ ਫਿਰ ਆਪਣੇ ਪੈਰ ਨਾਲ ਗਨ ਚੁੱਕ ਕੇ ਤੇ ਜਿਹੜਾ ਮਿਲਟਰੀ ਅਫਸਰ ਸੀ ਉਹਨੂੰ ਮਾਰਤਾ। ਉਦੋਂ ਤੋਂ ਹੀ ਇਹ ਜਿਹੜੀ ਸਰਕਾਰ ਆ ਨਾ, ਉਹਨਾਂ ਨੂੰ ਇਹ ਸਮਝ ਆਈ ਹੋਈ ਵੀ ਇਹ ਜਿਹੜੇ ਆ ਇਹਨਾਂ ਦੇ ਨਾਲ ਰਲੇ, ਕਿਉਂ ਇਹਨਾਂ ਕੋਲ ਆਮ ਸਾਰੇ ਸਿੰਘ ਜਿਹੜੇ ਸੀ ਇੱਥੇ ਬੈਗ, ਤੇ ਮੈਂ ਵੀ ਆਉਂਦਾ ਰਿਹਾ ਨਾਲ, ਤੇ ਬੜੇ ਸਿੰਘ ਆਉਂਦੇ ਸੀ ਜਿਹੜਾ ਦੇ ਅਸੀਂ ਨਾਂ ਨਹੀਂ ਉਹਨਾਂ ਦੇ ਪੁੱਛਦੇ, ਇਸ ਕਰਕੇ ਵੀ ਕੱਲ੍ਹ ਨੂੰ ਸਾਨੂੰ ਫੜ ਲੈਣਾ ਤਾਂ ਅਸੀਂ ਕਿਸੇ ਦਾ ਨਾਂ ਨਾ ਦੱਸੀਏ। ਕੁਝ ਸਿੰਘਾਂ ਦੇ ਨਾਵਾਂ ਦਾ ਵੀ ਪਤਾ ਹੈ। ਸਾਰੇ ਇੱਥੇ ਆ ਜਾਂਦੇ ਸੀ ਤੇ ਉਹਨਾਂ ਨੇ ਜਲ ਪਾਣੀ ਛਕਾਉਣਾ, ਤੇ ਚਲੋ ਹੁਣ ਸਾਡਾ ਫਰਜ਼ ਵੀ ਬਣਦਾ ਸੀ ਵੀ ਜਿਹੜੇ ਇਹੋ ਜਿਹੇ ਸਿੰਘ ਖਾੜਕੂ ਸਿੰਘਾਂ ਨੂੰ, ਕਿਉਂ ਸਾਡਾ ਇਹ ਧਰਮ ਇਹ ਆਂਦਾ ਵੀ ਸਿੰਘਾਂ ਦੀ ਸੇਵਾ ਕਰੋ, ਕਿਉਂ ਉਹ ਧਰਮ ਦੀ ਖਾਤਰ ਲੜ ਰਹੇ ਸੀ ਕਿ ਨਾ ਕਿ ਉਹ ਆਪਣਾ ਕੋਈ ਨਿੱਜੀ ਤੌਰ ਤੇ ਲੜ ਰਹੇ। ਤੇ ਮੈਨੂੰ ਵੀ ਜਦੋਂ ਫੜ ਕੇ ਲੈ ਜਾਂਦੇ ਰਹੇ ਆ, ਤੇ ਪਿਆਰਾ ਤੋਂ ਉਦੋਂ ਸੀਤਾਰਾਮ ਹੀ ਇੱਥੇ ਇੰਸਪੈਕਟਰ, ਤੇ ਸਾਡੇ ਮਗਰ ਜਾਂਦੇ ਰਹੇ ਪਿੰਡ ਦੇ ਸਰਪੰਚ ਹੋਣੇ, ਸਾਨੂੰ ਛਡਾ ਕੇ ਲਿਆਉਂਦੇ ਰਹੇ। ਜੇ ਇਹਨਾਂ ਨਾਲ ਕੋਈ ਉਹੋ ਜਿਹੀ ਗੱਲ ਸੀ ਤੇ ਉਦੋਂ ਵੀ ਉਹਨਾਂ ਨੂੰ ਫੜ ਸਕਦੇ, ਤੇ ਸੱਚੇ ਸੁੱਚੇ ਆਦਮੀ ਸੱਚੀ ਗੱਲ ਕਰਦੇ ਸੀ। ਬਿਲਕੁਲ ਇਹ ਹੀ ਵੀ ਉਹ ਨਹੀਂ, ਭਾਵੇਂ ਮਨਜਿੰਦਰ ਸਿੰਘ ਬਹਿਲਾ ਇੱਥੋਂ ਦਾ MLA ਵੀ ਸੀ, ਉਹਦੇ ਵੀ ਮੂੰਹ 'ਤੇ ਸਿੱਧੀ ਠੋਕ ਕੇ ਗੱਲ ਆਖ ਦਿੰਦੇ ਸੀ। ਇਹੋ ਜਿਹੇ ਸੁੱਚੇ ਸੱਚੇ ਇਨਸਾਨ ਸੀ। ਚਲੋ ਇਹ ਤੇ ਸ਼ਹੀਦੀ ਤੋਂ ਪਹਿਲਾਂ ਵਾਲੀ ਗੱਲ ਆ। ਹਾਂਜੀ, ਤੁਸੀਂ ਕੀ ਜਾਣਦੇ ਹੋ ਕਿ ਜਦੋਂ ਉਹਨਾਂ ਨੂੰ ਪੇਸ਼ ਕਰਵਾਇਆ ਗਿਆ, ਟੌਰਚਰ ਕੀਤਾ ਗਿਆ, ਸ਼ਹੀਦ ਕੀਤਾ ਗਿਆ, ਉਸ ਗੱਲ ਬਾਰੇ? ਉਦੋਂ ਜੀ ਅਸੀਂ ਇੱਥੋਂ ਮੁਕਾਬਲਾ ਹੋਣ ਤੋਂ ਬਾਅਦ ਸਾਨੂੰ ਪੰਜਾਬ ਛੱਡਣਾ ਪਿਆ ਸੀ, ਤੇ ਅਸੀਂ ਕਿਸੇ ਸੋਰਸ ਰਾਹੀਂ ਬੜੌਦੇ ਚਲ ਗਏ ਸੀ। ਇਹਨਾਂ ਨੂੰ ਫਿਰ ਮੈਨੂੰ ਫਿਰ 94 'ਚ ਜਾ ਕੇ ਤੇ UP 'ਚੋਂ ਫੜ ਕੇ ਲਿਆਏ ਆ, ਤੇ ਇਸ ਕਰਕੇ ਇਹਨਾਂ ਨੂੰ ਮਗਰੋਂ ਇਹਨਾਂ ਪੇਸ਼ ਕਰਾਇਆ। ਇਹਨਾਂ ਦੇ ਰਿਸ਼ਤੇਦਾਰੀ ਮਨਾਵੇਂ ਸੀ, ਇਹਨਾਂ ਦੀਆਂ ਲਟਕੀਆਂ 2 ਉੱਥੇ ਵਿਆਹੀਆਂ ਸੀ, ਤੇ ਉਹਨਾਂ ਦੇ ਮਾਨ ਗਰੁੱਪ ਨਾਲ ਸਾਰਿਆਂ ਨਾਲ ਚੰਗੇ ਸੰਬੰਧ ਸੀ, ਤੇ ਸਰਕਾਰ ਦਰਬਾਰੇ ਵੀ ਆਉਂਦੇ ਜਾਂਦੇ ਸੀ ਸਾਰਾ ਕੁਝ, ਤੇ ਉਹਨਾਂ ਦੇ ਰਾਹੀਂ ਇਹਨਾਂ ਪੇਸ਼ ਕਰਾਇਆ ਸੀ। ਉਹਦੇ ਬਾਰੇ ਫਿਰ ਮੈਨੂੰ ਤੇ ਇੰਨੀ ਕੋਈ ਪੂਰੀ ਜਾਣਕਾਰੀ ਨਹੀਂ, ਮੈਂ ਤੇ ਇਹਨਾਂ ਕੋਲ ਜੋ ਸੁਣਿਆ ਇਹਨਾਂ ਦੱਸਿਆ ਉਹਦੇ ਮੁਤਾਬਕ ਵੀ ਦੱਸ ਸਕਦਾ ਮੈਂ। ਤੇ ਇਹਨੂੰ ਉਸ ਤਰ੍ਹਾਂ ਕੁਲਬੀਰ ਸਿੰਘ ਦਾ ਡੈਡੀ, ਉਹਦੇ ਕੋਲੋਂ ਵੀ ਇੱਕ ਸਿੰਘ ਆਇਆ ਸੀ ਸੰਤੋਖ ਸਿੰਘ, ਤੇ ਉਹ ਆਂਦਾ ਸੀ ਵੀ ਸਾਡਾ ਭਤੀਆ ਇਹਨੂੰ ਫੜਿਆ ਸੀ, ਤੇ ਉਹ ਹੁਣ ਮੈਨੂੰ ਦੱਸਦਾ ਹੈ ਵੀ ਉਹਦੀਆਂ ਲੱਤਾਂ ਤੋੜੀਆਂ ਸੀ, ਉਹ ਰਿੜ ਕੇ ਜਾਂਦਾ ਸੀ। ਇੱਥੋਂ ਤੱਕ ਕਿ ਉਹ ਆਂਦਾ ਸੀ ਵੀ ਚੱਲ ਇਹਨਾਂ ਨੂੰ ਪੈਸੇ ਪੂਸੇ ਦੇ ਕੇ ਮੈਨੂੰ ਛਡਾਓ, ਪਰ ਉਹਨਾਂ ਨੇ ਪੈਸੇ ਪੂਸੇ ਵੀ ਉਹਨਾਂ ਦੇ ਖਾਉ ਖੰਜੂ ਹੋ ਗਏ। ਉਹਨਾਂ ਦੀ ਇੱਕ ਭੈਣ ਸੀ, ਉਹਨੇ ਸਪੈਦੇ ਵੇਚ ਕੇ 3 ਕਿੱਲੇ ਉਹਨਾਂ ਗਹਿਣੇ ਵੀ ਪਾਏ, ਪਰ ਉਹ ਉਹਨੂੰ ਫੇਰ ਮਾਰ ਦਿੱਤਾ ਗਿਆ। ਪੈਸੇ ਵੀ ਪੁਲਿਸ ਨੇ ਲੈ ਲਏ ਤੇ ਮਾਰ ਵੀ ਦਿੱਤਾ ਸੰਤੋਖ ਸਿੰਘ। ਹਾਂਜੀ, ਉਸੇ ਤਰ੍ਹਾਂ ਇਹ ਵੀ ਫਿਰ ਉਦੋਂ ਬਾਬਾ ਚਰਨ ਸਿੰਘ ਤੇ ਹੋਰ ਜਿੰਨੇ ਸਿੰਘ ਉਸ ਵੇਲੇ ਫੜੇ ਸੀ, ਇਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਹੀ ਫਿਰ ਇਹਨਾਂ ਦਾ ਇਹ ਦੱਸਿਆ ਵੀ ਨਹੀਂ ਗਿਆ, ਕੋਈ ਮੁਕਾਬਲਾ ਵੀ ਨਹੀਂ ਦੱਸਿਆ ਗਿਆ ਵੀ ਕਿੱਥੇ ਮਾਰੇ ਕਿੱਥੇ ਨਹੀਂ, ਜਾਂ ਵੀ ਝੂਠੇ ਮੁਕਾਬਲੇ ਵੀ ਕਈ ਵਾਰਾਂ ਸ਼ੋਅ ਕਰ ਹੀ ਦਿੰਦੇ ਸੀ ਵੀ ਇਹਨਾਂ ਦਾ, ਤਾਂ ਇਹ ਵੀ ਨਹੀਂ ਦੱਸਿਆ ਗਿਆ ਵੀ ਕਿੱਥੇ ਮਾਰਿਆ ਤੇ ਕਿੱਥੇ ਨਹੀਂ। ਇਦਾਂ ਫਿਰ ਅਨੇਕਾਂ ਹੀ ਸਿੰਘ ਮਾਰੇ। ਇਹ ਤਾਂ ਜੀ ਹੁਣ ਅਸੀਂ ਤਾਂ ਜਿੱਥੋਂ ਤੱਕ ਵੇਖਿਆ ਵੀ ਇਸ ਤਰ੍ਹਾਂ ਹਰੀਕਿਆਂ ਤੋਂ ਲੈ ਕੇ ਤੇ ਅੰਮ੍ਰਿਤਸਰ ਤੱਕ
ਬਾਬਾ ਗੁਰਜੰਟ ਸਿੰਘ ਮਾਣੋਚਾਲ ਜਿਹੜਾ ਸੀ ਉਦੋਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸੀ, ਤੇ ਉਹ ਇੰਨੇ ਇਲਾਕੇ 'ਚ ਹੀ ਵਿਚਰਦਾ ਰਿਹਾ। ਤੇ ਜਿਹੜੀਆਂ ਉਹਦੀਆਂ ਬਹਿਕਾਂ ਅੱਗੇ ਵੀ ਤੁਸੀਂ ਸੁਣ ਚੁੱਕੇ ਹੋਵੋਗੇ, ਕਿੰਨੀਆਂ ਬਹਿਕਾਂ ਤੋਂ ਪਤਾ ਨਹੀਂ, ਮੇਰੇ ਹਿਸਾਬ ਨਾਲ 50-60 ਬੰਦੇ ਉਹਨਾਂ ਮਾਰਤੇ ਹੋਣੇ ਇਸ ਤਰ੍ਹਾਂ ਹੀ ਬਹਿਕਾਂ ਵਾਲੇ ਚੁੱਕ ਚੁੱਕ ਕੇ। ਜਿਹੜੀਆਂ 18 ਹੁਣ ਬਹਿਕਾਂ ਇਸ ਦਿਨ ਦੇ ਕੋਈ 18 ਜਿਹੜੀਆਂ ਉਹਨਾਂ ਦੇ ਜਿੱਥੇ ਉਹ ਆਪਣਾ ਟਾਈਮ ਲੰਘਾਉਂਦੇ ਸੀ, ਜਿਨ੍ਹਾਂ ਨਾਲ ਪ੍ਰੇਮ ਸੀ ਉਹਨਾਂ ਦੇ ਜਾਣਾ ਹੈ, ਦੂਸਰੇ ਕਿੱਥੇ ਜਾਣਾ ਹੈ। ਤੇ ਦੂਸਰੇ ਨੇ ਪਹਿਲੋਂ ਦੱਸਣਾ ਹੁੰਦਾ ਜਾ ਕੇ ਵੀ ਆਹ ਜੀ ਸਾਡੇ ਕੋਲ ਫਲਾਣਾ ਆਇਆ ਜੇ ਤੇ ਆ ਜਾਓ। ਤੇ ਉਹ ਫਿਰ ਜਿਨ੍ਹਾਂ ਦੇ ਪੂਰਾ ਵਿਸ਼ਵਾਸ ਹੁੰਦਾ ਸੀ ਉੱਥੇ ਹੀ ਉਹ ਰਹਿੰਦੇ ਸੀ, ਤੇ ਉਹਨਾਂ ਨੂੰ ਫਿਰ ਇਹਨਾਂ ਚੁੱਕਣਾ ਸ਼ੁਰੂ ਕਰਤਾ। ਜਿਸ ਤਰ੍ਹਾਂ ਬ੍ਰਹਮਪੁਰਾ ਲਾ ਲਓ, ਸੰਗਤਪੁਰਾ ਲਾ ਲਓ, ਫਿਰ ਅੱਗੇ ਦਲੌਰਪੁਰਾ ਲਾ ਲਓ, ਅੱਗੇ ਸ਼ਿੰਗਾਰਪੁਰਾ ਲਾ ਲਓ, ਲਾਲਪੁਰਾ ਲਾ ਲਓ, ਇਹ ਸਾਰਿਆਂ ਨੂੰ ਫਿਰ ਇੱਧਰ ਨੂੰ ਆ ਜਾਓ ਬਾਠ ਦੇਊ, ਫਿਰ ਇੱਧਰ ਨੂੰ ਬਹਿਲਾ, ਹੋਰ ਵੀ ਇੱਧਰੋਂ ਲਾਗੇ ਰਟੌਲ, ਵਣਚੜੀ, ਗਾਂ ਫਿਰ ਚਾਟੀ ਪਿੰਡ ਤੇ ਸ਼ਹਿਰ ਤੱਕ ਸਾਰਿਆਂ ਦੇ ਇਸ ਤਰ੍ਹਾਂ ਜਿਹੜੇ ਇਸ ਤਰ੍ਹਾਂ ਦੇ ਬੰਦੇ ਉਹਨਾਂ ਨੂੰ ਚੁੱਕ ਚੁੱਕ ਕੇ ਨਾ ਮਾਰ, ਜਿਨ੍ਹਾਂ ਦੀ ਦੱਸ ਧੋਖੀ ਕੋਈ ਨਹੀਂ ਵੀ ਨਾ ਕੋਈ। ਚਾਹੇ ਕਈ ਵਾਰ ਵੀ ਖਾੜਕੂ ਸਿੰਘਾਂ ਨੂੰ ਖੜ ਕੇ ਝੂਠਾ ਮੁਕਾਬਲਾ ਤੇ ਸ਼ੋਅ ਕਰ ਦਿੰਦੇ ਸੀ, ਉਹ ਵੀ ਗੱਲ ਕੋਈ। ਇਹ ਪਰਿਵਾਰ ਅਜੇ ਤੱਕ ਵੀ ਕਈ ਜਿਹੜੇ ਪਰਿਵਾਰ ਉਹ ਡਾਊਨ ਡੋਏ ਜੀ ਫਿਰਦੇ ਆ ਵੀ ਸਾਡਾ ਹਰੇ ਕਿੱਥੇ ਆ ਕਿੱਥੇ ਨਹੀਂ। ਜਦੋਂ ਉਹਨੂੰ ਦੱਸਿਆ ਨਹੀਂ ਗਿਆ ਵੀ ਨਾ ਕੋਈ ਉਹਦੇ ਨਿਸ਼ਾਨੀ ਨਾ ਕੋਈ ਉਹਦਾ, ਉਹ ਸਾਫ ਆਖਤਾ ਵੀ ਜਾਓ ਜਾ ਕੇ ਉਹਦਾ ਪਾਠ ਕਰਾ ਲਓ, ਉਹ ਕਰ ਲਓ ਜੇ ਕਰ ਲਓ। ਪਰ ਇਹਨਾਂ ਕੋਲ ਇਹੋ ਜਿਹਾ ਪੁਲਿਸ ਨੂੰ ਜਿਹੜਾ ਇਹਨਾਂ ਅਧਿਕਾਰ ਦਿੱਤੇ ਵੀ ਸਿੱਧੇ ਮਾਰੀ ਜਾਓ, ਵੀ ਸਿੱਖ ਕੌਮ ਖਤਮ ਕਰਨੀ ਆ। ਜਿਸ ਤਰ੍ਹਾਂ ਦਰਬਾਰ ਸਾਹਿਬ 'ਤੇ ਜਦੋਂ ਹਮਲਾ ਹੋਇਆ ਤੇ ਇੱਕ ਇੱਧਰੋਂ ਛਾਉਣੀ ਜੱਟਾਂ ਰਾਜਸਥਾਨ 'ਚੋਂ ਜਿਹੜੀ ਰੈਜੀਮੈਂਟ ਭੱਜੀ, ਸਿੱਖ ਰੈਜੀਮੈਂਟ, ਉਹਨਾਂ ਹੈਗਾ ਸੀ ਮਾਣੋਚਾਲ ਦਾ ਭਰਾ ਤਰਲੋਚਨ ਸਿੰਘ। ਤੋ ਜਿਹੜੀ ਮਾਣੋਚਾਲ ਦੀ ਕਿਤਾਬ ਛਪੀ ਆ, ਇਹ ਕਹਿੰਦਾ ਵੋਟ ਹੈਡ ਕੀ ਇਸ ਤਰ੍ਹਾਂ ਦਾ ਇਲੈਕਸ਼ਨ ਕਰਨਾ ਸੀ 84 ਤੋਂ ਬਾਅਦ 'ਚ। ਉਹ ਜਿਹੜੀ ਜਦੋਂ ਉੱਥੋਂ ਭੱਜ ਕੇ ਤੇ ਆ ਗਈ, ਉੱਥੋਂ ਉਹਨਾਂ ਨੇ ਜੇ ਉਹਨਾਂ ਦਾ ਜੀ ਕਰਦਾ ਤਾਂ ਉੱਥੇ ਛਾਉਣੀ ਤਬਾਹ ਕਰ ਸਕਦੇ, ਪਰ ਉਹ ਮੋਗੇ ਤੱਕ ਆ ਗਏ ਆ। ਪਰ ਇੱਥੋਂ ਉਹਨਾਂ ਮਿਲਟਰੀ ਦੀ ਕੁਝ ਸਿੱਖਾਂ ਨੂੰ ਖਰੀਦ ਕੇ ਲਾ ਲਓ ਜਾਂ ਉਹਨਾਂ ਨੂੰ ਭੱਜੇ 'ਚ ਲੈ ਲਿਆ। ਮਿਲਟਰੀ ਦੇ ਜਿਹੜੇ ਉਹਨਾਂ ਨਾਲ ਰਲਾ ਕੇ ਤੇ ਉਹਨਾਂ ਨੇ ਉਹਨਾਂ ਨੂੰ ਸਮਝਾਇਆ, ਤੇ ਉਹ ਜਿਹੜਾ ਇਹਨਾਂ ਐਕਸ਼ਨ ਇਹ ਕਰਨਾ ਹੈ ਵੀ ਜਿੰਨੀ ਸਿੱਖ ਜਵਾਨੀ 18 ਤੋਂ ਲੈ ਕੇ 40 ਸਾਲ ਤੱਕ ਸਾਰੀ ਇਹ ਸਿੱਖਾਂ ਦੀ ਨਸਲਕੁਸ਼ੀ ਕਰਨੀ। ਉਹ ਕਿਤਾਬ ਜਿਹੜੀ ਮਾਣੋਚਾਲ ਦੇ ਹਾਂਜੀ ਵੁੱਡ ਰੋਡ ਉਹਦੇ 'ਚ ਨਾ ਜਵਾਨੀ ਖਤਮ ਕਰਨੀ ਸਾਰਾ, ਵੀ ਇਹ ਸਿੱਖ ਗਾਂ ਕਿਤੇ ਉੱਠਣ ਜੋਗੀ ਨਾ ਰਹਿਣ। ਪਰ ਉਹ ਰੈਜੀਮੈਂਟਾਂ ਭੱਜਣ ਕਰਕੇ ਵੀ ਇਹਨਾਂ ਨੂੰ ਦੱਸ ਪਿਆ ਵੀ ਇਹ ਤੇ ਜੇ ਹੋਇਆ ਤੇ ਸਾਰੀ ਬਗਾਵਤ ਹੋ ਜੀ ਤੇ ਹਿੰਦੁਸਤਾਨ ਹੀ ਤਹਿ ਨੈਸ਼ ਹੋ ਜਾਊਗਾ। ਇਸ ਕਰਕੇ ਇਹਨਾਂ ਨੂੰ ਉਹ ਸਾਰਾ ਕੁਝ ਰੋਕਣਾ ਪਿਆ। ਇਸ ਤਰ੍ਹਾਂ ਵੀ ਸਿੱਖ ਜਵਾਨੀ ਸੀ, ਜਿਹੜੇ ਕਿਉਂ ਪਰਮੇਸ਼ਰ ਉੱਤੇ ਬੈਠਾ, ਉਹਨੇ 10ਵੇਂ ਪਾਤਸ਼ਾਹ ਨੇ ਇਹ ਸਿੰਘ ਸਾਜੇ ਆ, ਇਹ ਕੌਮ ਸਾਜੀ ਆ, ਇਹਨੂੰ ਖਤਮ ਕੌਣ ਕਰਨ ਵਾਲਾ। ਤੇ ਉਹਨੇ ਕੋਈ ਵਿਧ ਬਣਾਉਣੀ ਆ, ਵਿਧ ਬਣ ਕੇ ਤੇ ਫਿਰ ਉਹ ਇਸ ਤਰ੍ਹਾਂ ਫਿਰ ਉਹ ਚੀਜ਼ ਤੋਂ ਰੋਕ ਲੱਗ ਗਈ। ਤੁਸੀਂ ਇਹ ਗੱਲਬਾਤ ਸੁਣੀ, ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀਆਂ ਟਿੱਪਣੀਆਂ ਜ਼ਰੂਰ ਲਿਖੋ। ਅਜਿਹੇ ਦੌਰ ਦੇ ਵਿੱਚ ਹੋਰ ਵੀ ਤੁਸੀਂ ਜੇ ਕੁਝ ਜਾਣਦੇ ਹੋ ਕਿ ਇਸ ਸਮੇਂ ਦੇ ਵਿਚਾਲੇ ਹੋਰ ਕੋਈ ਮੋਹਤਬਰਾਂ ਨੂੰ ਇੰਜ ਸ਼ਹੀਦ ਕੀਤਾ ਗਿਆ ਹੋਵੇ, ਤਾਂ ਅਸੀਂ ਇੱਕ ਸੀਰੀਜ਼ ਦੇ ਰੂਪ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨਾਲ ਗੱਲ ਕਰ ਸਕਦੇ ਹਾਂ। ਤੁਸੀਂ ਅਜਿਹੀ ਜਾਣਕਾਰੀ ਸਾਨੂੰ ਹੇਠਾਂ ਟਿੱਪਣੀ 'ਚ ਦੱਸ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।